ਉਹਦਾ ਇੱਕ ਫਾਰਮੂਲਾ ਹੁੰਦਾ ਜੀ, ਸਿੰਪਲ ਜਿਹਾ ਫਾਰਮੂਲਾ ਜਿਹੜਾ ਪੂਰਾ ਐਕੂਰੇਟ ਵਜਨ ਕੱਢ ਦਿੰਦਾ। ਉਹ ਫਾਰਮੂਲਾ ਕੀ ਆ, ਜਿਹਨੂੰ ਆਪਾਂ ਪੰਜਾਬੀ ਦੱਸੀਏ, ਘੋੜੇ ਦੀ ਜਿਹੜੀ ਛਾਤੀ ਆ ਮੂਹਰਲੀ ਉਹ ਤੋਂ ਲੈ ਕੇ ਉਹਦੀ ਲੰਬਾਈ, ਤੁਸੀਂ ਜਿੱਥੋਂ ਪੂੰਛ ਸ਼ੁਰੂ ਹੁੰਦੀ ਆ ਐ ਲੰਮੇ ਲੋਟ ਮਿਲਣੀ ਆ, ਉਹਨੂੰ ਕਹਿ ਦਿੰਦੇ ਨੇ ਆਪਣੀ ਲੈਂਥ। ਫਾਰਮੂਲਾ ਕੀ ਆ, ਲੈਂਥ ਗੁਣਾ, ਤੇ ਘੋੜਾ ਇੱਕ ਦੁਨੀਆ ਦਾ ਇਕੱਲਾ ਜਾਨਵਰ ਆ। ਇਹਨੂੰ ਆਪਾਂ ਕਹਿੰਦੇ ਵੀ ਬੰਨ ਪੈ ਗਿਆ ਘੋੜੇ ਨੂੰ। ਬੰਨ ਕਿਉਂ ਪੈਂਦਾ ਇਹਨੂੰ? ਸਹੂਲਤ ਇਹ ਸੀ ਵੀ ਘੋੜੇ ਨੂੰ ਘੱਟ ਪਾਓ ਪਰ ਵੱਧ ਵਾਰ ਪਾਓ। ਦੂਸਰਾ ਜਿਹੜਾ ਚੀਜ਼ ਘੋੜੇ ਦੇ ਵਿੱਚ ਹੁੰਦੀ ਆ ਉਹ ਹੈਗੇ ਵੀ ਅੱਜ ਤੱਕ ਜਦ ਵੀ ਘੋੜਾ ਮਰਦਾ, ਆਮ ਆਪਣੇ ਰਿਵਾਜ ਆ ਵੀ ਆਪਾਂ ਘੋੜੇ ਨੂੰ 2 ਵਾਰ ਪਾਉਨੇ ਆ, ਸਵੇਰੇ ਪਾਉਨੇ ਜਾਂ ਸ਼ਾਮ ਨੂੰ ਪਾਉਨੇ ਆ। ਤੇ ਜਿਹੜਾ ਇੱਕ ਢਿੱਡ ਵਾਲਾ ਜਾਨਵਰ ਆ, ਚਾਹੇ ਇਨਸਾਨ ਆ ਚਾਹੇ ਉਹ ਘੋੜਾ, ਉਹਦੀ ਡਾਈਟ ਆ ਜਿਹੜੀ ਉਹ ਬੋਡੀ ਦੇ ਵਜਨ ਦਾ 2% ਹੁੰਦੀ ਆ। ਹਾਂਜੀ ਪਿਆਰੇ ਦੋਸਤੋ, ਆਪਾਂ ਨਾ ਅੱਜ ਡਾਕਟਰ ਸੰਦੀਪ ਜੀ ਨਾਲ ਬੈਠੇ ਆ। ਇਹਨਾਂ ਨੇ ਘੋੜਿਆਂ ਦੀ ਖੁਰਾਕ ਤੇ ਬਹੁਤ ਚੰਗੀ ਜਾਂਦਾ ਮਿਹਨਤ ਵੀ ਕੀਤੀ ਆ, ਨਾਲ ਦੀ ਨਾਲ ਪ੍ਰੋਡਕਟ ਵੀ ਤਿਆਰ ਕੀਤੇ ਆ, ਤੇ ਨਾਲ ਦੀ ਨਾਲ ਮਤਲਬ ਇਹਨਾਂ ਦੀ ਸਟੱਡੀ ਆ। ਪਹਿਲਾਂ ਆਪਾਂ ਪੜ੍ਹਾਈ ਬਾਰੇ ਵੀ ਪੁੱਛਾਂਗੇ, ਤਜਰਬੇ ਵੀ ਪੁੱਛਾਂਗੇ, ਉਸ ਤੋਂ ਬਾਅਦ ਇਹਨਾਂ ਦੇ ਪ੍ਰੋਡਕਟ ਆ ਜਿਹੜੇ ਉਹ ਕਿਵੇਂ ਕਾਰਗਰ ਆ, ਕੀ ਕੰਮ ਕਰਦੇ ਆ ਘੋੜਿਆਂ ਤੇ, ਕਿੱਥੇ ਕਿਹੜੀ ਚੀਜ਼ ਕੰਮ ਕਰਦੀ ਆ, ਕਿਹੜੀ ਨਹੀਂ ਕਰਦੀ, ਕਿਹੜੀ ਵਾਕਈ ਕੰਮ ਦੀ ਆ, ਕਿਹੜੀ ਵਾਕਈ ਕੰਮ ਦੀ ਨਹੀਂ ਗੀ। ਆਪਾਂ ਸਾਰੀ ਗੱਲਬਾਤ ਪੁੱਛਦੇ ਆ। ਪਹਿਲਾਂ ਆਪਾਂ ਬਾਈ ਸਾਹਿਬ ਦਾ ਸਵਾਗਤ ਕਰਦੇ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਪਹਿਲਾਂ ਡਾਕਟਰ ਸਾਹਿਬ ਮੈਨੂੰ ਨਾ ਇੱਕ ਹੀ ਚੀਜ਼ ਦੱਸੋ ਕਿ ਤੁਹਾਡੀ ਜਿਹੜੀ ਸਟੱਡੀ ਆ ਘੋੜਿਆਂ ਦੀ ਖੁਰਾਕ ਤੇ ਉਹ ਕੀ ਆ? ਦੇਖੋ ਜੀ, ਮੈਂ ਪਹਿਲਾਂ ਜਿਹੜੀ ਮੇਰੀ MSc ਹੈਗੀ ਆ ਉਹ ਹੈਗੀ ਕੰਪੈਨੀਅਨ ਐਨੀਮਲ ਨਿਊਟ੍ਰੀਸ਼ਨ ਤੇ ਜੀ। ਕੰਪੈਨੀਅਨ ਐਨੀਮਲ ਨਿਊਟ੍ਰੀਸ਼ਨ ਦਾ ਮਤਲਬ ਕੀ ਆ ਵੀ ਜਿੰਨੇ ਵੀ ਜਾਨਵਰ ਆਪਣੇ ਇਨਸਾਨ ਦੇ ਨਾਲ ਰਹਿੰਦੇ ਆ ਜਾਂ ਪਾਲਤੂ ਨੇ ਜੀ। ਤੇ ਉਸ ਤੋਂ ਬਾਅਦ ਜਿਹੜੀ ਮੈਨੂੰ ਲੋੜ ਮਹਿਸੂਸ ਹੋਈ ਕਿ ਇੱਕ ਸਪੈਸੀਫਿਕੇਸ਼ਨ ਲੈਣੀ ਆ ਜੇ ਤੁਸੀਂ ਘੋੜਿਆਂ ਦੇ ਵਿੱਚ, ਤਾਂ ਉਹ ਉਹਦੇ ਨਾਲ ਪੂਰੀ ਨਹੀਂ ਹੁੰਦੀ ਸੀ MSc ਨਾਲ, ਕਿਉਂਕਿ ਉਸ ਦੇ ਵਿੱਚ ਕਈ ਤਰ੍ਹਾਂ ਦੇ ਵਿਸ਼ੇ ਅੱਡ ਆ ਜਾਂਦੇ ਆ। ਤੇ ਉਸ ਤੋਂ ਬਾਅਦ ਮੈਂ ਫਿਰ PGD ਕੀਤੀ, ਜਿਹੜੀ ਮੇਰੀ ਇਕੁਇਨ ਨਿਊਟ੍ਰੀਸ਼ਨ ਐਂਡ ਵੈਲਬੀਇੰਗ ਤੇ ਆ। ਉਹਦੇ ਵਿੱਚ ਘੋੜਿਆਂ ਨੂੰ ਕਿਹੜੀ ਸਟੇਜ ਤੇ ਕਿਹੜੀ ਡਾਈਟ ਚਾਹੀਦੀ ਆ ਤੇ ਘੋੜਿਆਂ ਦਾ ਰੱਖ ਰਖਾਵ ਕੀ ਹੋਣਾ ਚਾਹੀਦਾ, ਇਹ ਸਾਰਾ ਕੁਝ ਮੈਂ PGD 'ਚ ਕਵਰ ਕੀਤਾ। PGD ਹਾਂ, ਪੋਸਟ ਗ੍ਰੈਜੂਏਟ ਡਿਗਰੀ ਹੁੰਦੀ ਹੈ ਇਹ MSc ਤੋਂ ਬਾਅਦ। ਦੇਖੋ ਇਹਦੇ ਵਿੱਚ ਕੀ ਹੁੰਦਾ ਵੀ ਤੁਸੀਂ ਜਦ ਮਾਸਟਰਸ ਕਰ ਲੈਂਦੇ ਹੋ, ਕਈ ਜਿਵੇਂ ਆਪਣੇ MPhil ਕਰ ਲੈਂਦੇ ਆ, ਤੇ ਕਈ ਯੂਨੀਵਰਸਿਟੀਜ਼ ਨੇ ਜਿਹੜੀਆਂ ਉਹਨੂੰ PGD ਦਾ ਨਾਮ ਦੇ ਦਿੰਦੀਆਂ ਨੇ, ਕਈ ਹੈਗੀਆਂ ਜਿਹੜੀਆਂ PhD ਦੇ ਵਿੱਚ ਨੇ। PhD ਦਾ ਚਲੋ ਇੱਕ ਸਿਸਟਮ ਹੀ ਲੱਗ ਜਾਂਦਾ। ਉਸ ਤੋਂ ਬਾਅਦ ਹਾਂ ਉਹ ਥੀਸਿਸ ਹੈ, ਇਹਦੇ ਵਿੱਚ ਵੀ ਪ੍ਰੋਸੈਸ ਓਕਣੇ ਹੁੰਦਾ ਥੀਸਿਸ ਵਗੈਰਾ ਦਾ, 2 ਸਾਲ ਦੀ ਹੈਗੀ ਆ ਇਹ, ਤੇ ਇਹ ਜਾਨੀ PGD ਇਹਨੂੰ ਕਹਿੰਦੇ ਨੇ। ਹੁਣ ਆਪਾਂ ਮੁੱਢੋਂ ਸਟਾਰਟ ਕਰੀਏ। ਇੱਕ ਜਿਹੜਾ ਘੋੜਾ ਉਹ ਇੱਕ ਐਥਲੀਟ ਆ, ਮਤਲਬ ਦੜਾਕ ਆਪਾਂ ਕਹਿ ਸਕਦੇ ਆ, ਉਹ ਇੱਕ ਮਸਲਰ ਜਾਨਵਰ। ਉਹਦੀ ਖੁਰਾਕ ਆਪਾਂ ਦੂਜੀ ਮੱਝਾਂ ਗਾਵਾਂ ਵਰਗੀ ਖੁਰਾਕ ਨਹੀਂ ਹੋ ਸਕਦੀ ਹੈ ਨਾ, ਕਿਉਂਕਿ ਮੱਝਾਂ ਨੂੰ ਸਪੈਸ਼ਲੀ ਆਪਾਂ ਜ਼ਿਆਦਾ ਮੱਝਾਂ ਰੱਖਦੇ ਆ, ਤੇ ਆਪਾਂ ਥੋੜਾ ਜਿਹਾ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ, ਮਾਈਂਡ ਦੇ ਵਿੱਚ ਮੱਝਾਂ ਵਾਲਾ ਸਟਰਕਚਰ ਰੱਖ ਲੈਂਦੇ ਘੋੜੇ ਦਾ। ਉਹਨੂੰ ਫੈਟੀ ਵੀ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਫੈਟ ਵਾਲੀ ਖੁਰਾਕ ਵੀ ਪਾਉਣ ਦੀ ਕੋਸ਼ਿਸ਼ ਕਰਦੇ ਆ। ਸਾਰਿਆਂ ਨੂੰ ਪਹਿਲਾਂ ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹੁੰਦਾ ਵੀ ਘੋੜਾ ਹੈ ਜਿਹੜਾ, ਉਹਦੇ ਲਈ ਕਿੰਨੀ ਫੈਟ ਹੋਣੀ ਚਾਹੀਦੀ, ਉਹਦੇ ਖਾਣੇ 'ਚ ਫੈਟ ਕਿੰਨੀ ਚਾਹੀਦੀ? ਦੇਖੋ, ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਆ ਵੀ ਮੱਝਾਂ ਤੋਂ ਆਪਾਂ ਗੱਲ ਕਰਦੇ ਆ ਜਾਂ ਗਾਵਾਂ ਤੋਂ, ਦੇਖੋ ਜਿਹੜੇ ਜਾਨਵਰ ਨੇ 2 ਤਰ੍ਹਾਂ ਦੇ ਹੁੰਦੇ ਆ ਜੀ। ਇੱਕ ਜਾਨਵਰ ਨੇ ਪੋਲੀਗੈਸਟ੍ਰਿਕ, ਇੱਕ ਹੈਗੇ ਮੋਨੋਗੈਸਟ੍ਰਿਕ। ਇਹਨੂੰ ਹੁਣ ਆਪਾਂ ਦੇਸੀ ਭਾਸ਼ਾ 'ਚ ਕਹੀਏ, ਇੱਕ ਬਹੁਤੇ ਢਿੱਡਾਂ ਵਾਲੇ, ਇੱਕ ਢਿੱਡ ਵਾਲੇ। ਹਾਂਜੀ, ਜਿਹੜੇ ਬਹੁਤੇ ਢਿੱਡਾਂ ਵਾਲੇ ਨੇ ਉਹ 4 ਢਿੱਡਾਂ ਵਾਲੇ ਵੀ ਹੋ ਸਕਦੇ, ਜਿਵੇਂ ਮੱਝਾਂ ਗਾਵਾਂ ਨੇ। 3 ਢਿੱਡਾਂ ਵਾਲੇ ਵੀ ਨੇ, ਜਿਵੇਂ ਹਿਰਨ ਨੇ ਜਾਂ ਊਂਠਾ ਲਾ ਲਓ ਤੁਸੀਂ, ਜਿਹੜੇ ਜਗਾਲੀ ਵੀ ਕਰਦੇ ਆ। ਇੱਕ ਢਿੱਡ ਵਾਲਾ ਕਦੇ ਜਗਾਲੀ ਨਹੀਂ ਕਰਦਾ ਜੀ। ਇਨਸਾਨ ਵਾਂਗੂ ਜਿਹੜਾ ਜਿਵੇਂ ਕੁੱਤਾ ਹੋ ਗਿਆ ਜਾਂ ਇਨਸਾਨ ਆ ਜਾਂ ਘੋੜਾ, ਇਹ ਇੱਕ ਢਿੱਡ ਦਾ ਜਾਨਵਰ ਆ ਜੀ। ਜਿਹੜੇ ਬਹੁਤੇ ਢਿੱਡਾਂ ਵਾਲੇ ਜਾਨਵਰ ਹੁੰਦੇ ਆ, ਇਹਨਾਂ ਦੀ ਜਿਹੜੀ ਡਾਈਟ ਹੁੰਦੀ ਆ ਉਹ ਬੋਡੀ ਦਾ 5% ਹੁੰਦੀ ਆ, ਉਹਦੇ ਵਜਨ ਦਾ 5% ਜੀ। ਤੇ ਜਿਹੜਾ ਇੱਕ ਢਿੱਡ ਵਾਲਾ ਜਾਨਵਰ ਆ, ਚਾਹੇ ਇਨਸਾਨ ਆ ਚਾਹੇ ਉਹ ਘੋੜਾ, ਉਹਦੀ ਡਾਈਟ ਆ ਜਿਹੜੀ ਉਹ ਬੋਡੀ ਦੇ ਵਜਨ ਦਾ 2% ਹੁੰਦੀ ਆ। ਵਜਨ ਦਾ 2%? 2 ਕੁਆਂਟਲ ਦਾ ਉਹਦੀ 4 ਕਿਲੋ ਖੁਰਾਕ ਬਣੀ। 2%। ਹਾਂਜੀ, ਜਿਵੇਂ ਕੁਆਂਟਲ ਦਾ 2% 2 ਕਿਲੋ ਬਣਿਆ, ਜੇ 2 ਕੁਆਂਟਲ ਦਾ 2% 4 ਕਿਲੋ ਬਣਿਆ। ਹਾਂ, 4 ਕਿਲੋ। ਹਾਂਜੀ, 4 ਕਿਲੋ ਠੋਸ ਖੁਰਾਕ। ਠੋਸ ਦੇਖੋ, ਇੱਕ ਘੋੜੇ ਵਾਲਾਂ ਦੇ ਵਿੱਚ ਬੜਾ ਵਹਿਮ ਆ ਜੀ। ਘੋੜਾ ਬੜਾ ਸਿੰਪਲ ਜਾਨਵਰ ਆ ਜੀ, ਇਹ ਬਹੁਤ ਘੱਟ ਖੁਰਾਕ ਵਾਲਾ ਜਾਨਵਰ ਆ ਜੀ। ਤੇ ਘੋੜੇ ਦੀਆਂ ਜਿਹੜੀਆਂ 99% ਬਿਮਾਰੀਆਂ ਨੇ ਉਹ ਇਹਦੇ ਖਾਣ ਪੀਣ ਤੇ ਖੜੀਆਂ ਨੇ। ਤੇ ਇਹਦੇ ਵਿੱਚ ਕੁਝ ਜਿਵੇਂ ਕਹਿ ਲਓ ਵੀ ਘੋੜਿਆਂ 'ਚ ਕੁਝ ਅਸੂਲ ਹੁੰਦੇ ਨੇ ਜੀ, ਵੀ ਘੋੜੇ ਨੂੰ ਘੱਟ ਪਾਓ ਪਰ ਵੱਧ ਵਾਰ ਪਾਓ। ਆਮ ਆਪਣੇ ਰਿਵਾਜ ਆ ਵੀ ਆਪਾਂ ਘੋੜੇ ਨੂੰ 2 ਵਾਰ ਪਾਉਨੇ ਆ ਜੀ, ਸਵੇਰੇ ਪਾਉਨੇ ਜਾਂ ਸ਼ਾਮ ਨੂੰ ਪਾਉਨੇ ਆ। ਉੱਥੇ ਚੀਜ਼ ਕੀ ਆ ਜਾਂਦੀ ਆ ਵੀ ਘੋੜਾ ਜੋ ਕੁਝ ਵੀ ਖਾਂਦਾ ਉਹ 35 ਤੋਂ 40 ਮਿੰਟ 'ਚ ਹਜਮ ਕਰ ਜਾਂਦਾ।
ਮੰਨ ਲਓ ਤੁਸੀਂ ਸਵੇਰੇ 6 ਵਜੇ ਪਾਇਆ ਜੀ ਤੇ ਸ਼ਾਮ ਨੂੰ ਤੁਸੀਂ 5-6 ਵਜੇ ਫੇਰ ਪਾਉਣਾ ਜੀ। ਹੁਣ ਬਹੁਤ ਲੋਕ ਪੁੱਛਦੇ ਆ ਜੀ ਅਸੀਂ ਘੋੜੇ ਨੂੰ 10 ਕਿਲੋ ਪਾ ਦਿੰਦੇ ਆ ਪਰ ਤਕੜਾ ਨਹੀਂ ਹੁੰਦਾ। ਉਹ ਤਕੜਾ ਹੋਣਾ ਵੀ ਨਹੀਂ ਜੀ। ਜੇ ਤੁਸੀਂ 10 ਕਿਲੋ ਪਾਉਨੇ ਹੋ, ਮੰਨ ਲਓ ਤੁਸੀਂ 5 ਕਿਲੋ ਸਵੇਰੇ ਪਾਤਾ, 5 ਕਿਲੋ ਸ਼ਾਮ ਨੂੰ ਪਾਤਾ, ਜਿਹੜਾ ਸਵੇਰੇ ਤੁਸੀਂ 5 ਕਿਲੋ ਪਾਇਆ ਜੇ 6 ਵਜੇ ਪਾਇਆ ਉਹ ਤਾਂ 6:30 ਜਾਂ 6:45 ਨੂੰ ਹਜਮ ਕਰ ਗਿਆ। ਉਸ ਤੋਂ ਬਾਅਦ ਤੁਸੀਂ ਜਾ ਕੇ ਸ਼ਾਮ ਨੂੰ 5 ਵਜੇ ਪਾਉਣਾ, ਜਿਹੜੇ ਵਿੱਚ 10:30 ਜਾਂ 11 ਘੰਟੇ ਨੂੰ ਭੁੱਖਾ ਖੜਾ ਰਿਹਾ। ਫਿਰ ਹੁੰਦਾ ਕੀ ਆ ਕਿ ਘੋੜਾ ਜਿਹੜੀ ਉਹਦੇ ਅੰਦਰ એનર્ਜੀ ਸਟੋਰ ਆ ਨਾ, ਜਦੋਂ ਭੁੱਖਾ ਖੜਾ 10 ਘੰਟੇ ਤਾਂ ਅੰਦਰੋਂ ਲੈਣ ਲੱਗ ਜਾਂਦਾ। ਇਸ ਕਰਕੇ ਘੋੜੇ ਨੂੰ ਘੱਟ ਪਾਓ ਪਰ ਵੱਧ ਵਾਰ ਪਾਓ। ਮਤਲਬ ਤੁਹਾਡੇ ਕਹਿਣ ਤੋਂ ਭਾਵ ਇਹ ਆ ਵੀ ਜੇ ਉਹਨੇ ਆਪਾਂ 5 ਕਿਲੋ ਪਾਤਾ, ਹੁਣ 5 ਕਿਲੋ ਉਹਨੇ 5 ਕਿਲੋ ਨੂੰ ਖਤਮ ਕਰਨ ਵਾਲੀ ਉਹਨੇ ਤਾਕਤ ਅੰਦਰ ਪੈਦਾ ਕਰ ਲਈ। ਹੁਣ 5 ਕਿਲੋ ਤਾਂ ਉਹ ਘੰਟੇ 'ਚ ਖਾ ਹਟਿਆ ਤੇ ਪਚਾ ਹਟਿਆ ਤੇ ਉਸ ਤੋਂ ਬਾਅਦ ਜਿਹੜੀ 5 ਕਿਲੋ ਵਾਲੀ ਤਾਕਤ ਆ ਉਹ ਕੰਮ ਕਰਦੀ ਰਹੀ। ਹਾਂਜੀ। ਤੇ ਉਹਨੇ ਜਿਹੜਾ ਪਹਿਲਾਂ ਵਾਲਾ ਜਮਾ ਸੀ ਉਹ ਵੀ ਚੱਕਤਾ ਕਿਉਂਕਿ ਦੇਖੋ ਜਦੋਂ ਹੁਣ ਆਪਾਂ 40 ਮਿੰਟ ਤੋਂ ਹਜਮ ਕਰ ਗਿਆ ਫਿਰ ਉਹਨੂੰ ਭੁੱਖ ਲੱਗੇ ਹੋਣੀ ਆ ਤੇ ਫਿਰ ਉਹਨੂੰ ਜੇ ਬਾਹਰੋਂ ਨਹੀਂ ਪਾਵਾਂਗੇ ਤਾਂ ਅੰਦਰੋਂ ਤਾਂ ਲਊਗਾ ਹੀ ਉਹ ਜਿਹੜੀ ਆਪਣੇ ਅੰਦਰ એનર્ਜੀ ਸਟੋਰ ਕੀਤੀ ਹੋਈ ਆ। ਜਿਵੇਂ ਸਿਆਣੇ ਕਹਿੰਦੇ ਵੀ ਘੋੜੇ ਨੂੰ ਭੁੱਖ ਨਾਲੋਂ ਕੁੱਤੇ ਝਾਕ ਮਾਰ ਦਿੰਦੇ ਵੀ ਜਿਹੜੀ ਭੁੱਖ ਪਾਉਣੀ ਵੰਡ ਕੇ ਪਾਉਣੀ ਆ। ਦੇਖੋ ਅਸੂਲ ਤਾਂ ਇਹਦੇ ਵਿੱਚ ਇਹ ਹੁੰਦਾ ਕਿ ਜੇ ਆਪਾਂ ਇਹਨੂੰ ਜਿਵੇਂ ਸਿਆਣਿਆਂ ਦੀ ਗੱਲ ਕਰੀਏ ਉਹ ਕਹਿੰਦੇ ਨੇ ਘੋੜੇ ਦਾ ਮੂੰਹ ਹਰ ਟਾਈਮ ਚੱਲਣਾ ਚਾਹੀਦਾ। ਜਿਵੇਂ ਮੈਂ ਵੀ ਕਿਹਾ ਵੀ ਘੱਟ ਪਾਓ ਪਰ ਵੱਧ ਵਾਰ ਪਾਓ, ਚੱਲਦਾ ਰਹੇ। ਹਾਂ ਹੁਣ ਜਿਵੇਂ ਆਪਾਂ ਮੰਨ ਲਓ ਵੀ ਤੁਸੀਂ 2 ਕੁਆਂਟਲ ਦੇ ਘੋੜੇ ਦੀ ਗੱਲ ਕੀਤੀ ਸੀ, ਉਹਦੀ ਕੁੱਲ ਡਾਈਟ ਤਾਂ 4 ਕਿਲੋ ਬਣੀ। ਇਹ 'ਚ ਅੱਗੇ ਵੀ ਕਈ ਗੱਲਾਂ ਆਉਂਦੀਆਂ ਨੇ। ਹੁਣ ਉਹ 4 ਕਿਲੋ ਦੇ ਵਿੱਚ ਦਾਣਾ ਜਿਹੜਾ ਆਪਾਂ ਚਲੋ ਹਰ ਇੱਕ ਫੀਡ ਤਾਂ ਪਾਉਂਦਾ ਨਹੀਂ, ਘਰੇ ਬਣਾ ਕੇ ਵੀ ਦਾਣਾ ਪਾਉਂਦੇ ਆ। ਹੁਣ ਕਈ ਮੂੰਗਫਲੀ ਦਾ ਨੀਰਾ ਪਾਈ ਜਾਂਦੇ ਨੇ, ਕਈ ਹਰਾ ਚਾਰਾ ਪਾਉਂਦੇ ਨੇ। ਜਿਵੇਂ ਮੈਂ ਤੁਹਾਨੂੰ ਅਸੂਲਾਂ ਦੀ ਗੱਲ ਕਰਦਾ ਸੀ, ਪਹਿਲਾ ਅਸੂਲ ਤਾਂ ਇਹ ਸੀ ਵੀ ਘੋੜੇ ਨੂੰ ਘੱਟ ਪਾਓ ਪਰ ਵੱਧ ਵਾਰ ਪਾਓ। ਦੂਸਰਾ ਜਿਹੜਾ ਚੀਜ਼ ਘੋੜੇ ਦੇ ਵਿੱਚ ਹੁੰਦੀ ਆ ਉਹ ਹੈਗੇ ਵੀ ਅੱਜ ਤੱਕ ਜਦ ਵੀ ਘੋੜਾ ਮਰਦਾ ਤਾਂ ਰੱਜਿਆ ਮਰੂ, ਕਦੇ ਭੁੱਖਾ ਘੋੜਾ ਨਹੀਂ ਮਰਿਆ। ਘੋੜਾ ਹਮੇਸ਼ਾ ਰੱਜ ਕੇ ਮਰੂਗਾ, ਜ਼ਿਆਦਾ ਖਾ ਕੇ ਮਰੂ। ਹਾਂ। ਤੇ ਤੀਸਰੀ ਇਹ 'ਚ ਗੱਲ ਕੀ ਹੁੰਦੀ ਆ ਵੀ ਘੋੜੇ ਨੂੰ ਜਿਹੜਾ ਕੁਝ ਵੀ ਤੁਸੀਂ ਪਾਉਣਾ ਸੁੱਕ ਪਾਓ। ਸੁੱਕਾ, ਹਾਂ। ਜਿਵੇਂ ਹੁਣ ਆਪਾਂ ਸਰਦੀਆਂ 'ਚ ਮਤਲਬ ਵੀ ਲੂਸਣ ਆ ਗਿਆ, ਬਰਸੀਮ ਆ ਗਿਆ, ਹਰਾ ਹੀ ਪਾਈ ਜਾਂਦੇ ਆ, ਉਹਦਾ ਕੋਈ ਫਾਇਦਾ ਨਹੀਂ। ਘੋੜੇ ਨੂੰ ਸੁੱਕ ਪਾਓ। ਸੁੱਕ ਦੇ ਵਿੱਚ ਕੀ ਹੁੰਦਾ ਵੀ ਘੋੜਾ ਇੱਕ ਜਿਹੜੀ ਤੁਸੀਂ ਫੈਟ ਦੀ ਗੱਲ ਕੀਤੀ ਸੀ, ਘੋੜੇ ਨੂੰ ਬਹੁਤ ਘੱਟ ਪ੍ਰੋਟੀਨ ਚਾਹੀਦੀ ਆ, ਬਹੁਤ ਘੱਟ ਫੈਟ ਚਾਹੀਦੀ ਆ, ਬਹੁਤ ਘੱਟ ਕਾਰਬੋਹਾਈਡਰੇਟ ਚਾਹੀਦੀ ਆ, ਪਰ ਇਹਦੀ ਜਿਹੜੀ ਡਾਈਟ ਆ ਉਹ ਜ਼ਿਆਦਾ ਹਿੱਸਾ ਫਾਈਬਰ ਦਾ ਹੋਵੇ ਤੇ ਬਾਕੀ ਜਿਹੜੇ ਮਿਨਰਲਸ ਔਰ ਵਿਟਾਮਿਨਸ ਨੇ ਉਹ ਤਾਂ ਚਾਹੀਦੇ ਹੀ ਨੇ। ਫਾਈਬਰ ਹੋਵੇ ਜਿਹੜਾ ਮਤਲਬ ਉਹਦੇ ਅੰਤੜੀਆਂ ਵਿੱਚ ਦੀ ਜਲਦੀ ਪਾਸ ਹੋ ਜੇ, ਸੌਖਾ ਪਾਸ ਹੋ ਜੇ। ਦੇਖੋ ਜੀ ਘੋੜਾ ਜਿਹੜਾ ਸਿਸਟਮ ਕੀ ਆ ਵੀ ਜਿਹੜੇ ਘੋੜੇ ਦੇ ਜੇ ਆਪਾਂ ਹਾਜਮੇ ਤੇ ਜਾਂਦੇ ਆ ਨਾ, ਆਪਣੇ ਅੰਦਰ ਵੀ ਜਾਂ ਜਿਹੜੇ ਆਪਾਂ ਜਿਵੇਂ ਬਹੁਤੇ ਢਿੱਡਾਂ ਵਾਲੇ ਗਾਵਾਂ ਮੱਝਾਂ ਦੀ ਗੱਲ ਕੀਤੀ ਆ, ਜਿਹੜਾ ਕੁਝ ਵੀ ਉਹ ਖਾਂਦੇ ਨੇ ਨਾ ਉਹ ਅੰਦਰ ਜਾ ਕੇ ਇੱਕ ਬੈਕਟੀਰੀਆ ਕੰਮ ਕਰਦਾ ਜਿਹਨੂੰ ਫਰਮੈਂਟੇਸ਼ਨ ਕਹਿੰਦੇ ਆ। ਘੋੜਾ ਇੱਕ ਇਹੋ ਜਿਹਾ ਜਾਨਵਰ ਆ ਜਿਹਦੇ ਵਿੱਚ 2 ਤਰ੍ਹਾਂ ਦੀ ਫਰਮੈਂਟੇਸ਼ਨ ਹੁੰਦੀ ਆ। ਜ਼ਿਆਦਾ ਖਾਂਦਾ ਉਹਦੇ ਗਲ ਤੋਂ ਆਪਣੇ ਜਿਹੜਾ ਬੈਕਟੀਰੀਆ ਕੰਮ ਸ਼ੁਰੂ ਕਰ ਦਿੰਦਾ, ਉਸ ਤੋਂ ਬਾਅਦ ਉਹਦੇ ਪੇਟ 'ਚ ਗਿਆ ਤੇ ਉਸ ਤੋਂ ਬਾਅਦ ਫਿਰ ਇਹਦੀ ਜਿਹੜੀ ਛੋਟੀ ਅੰਤੜੀ ਆ ਸਮਾਲ ਇੰਟੈਸਟਾਈਨ, ਉੱਥੇ ਦੁਬਾਰਾ ਫਰਮੈਂਟੇਸ਼ਨ ਹੋਣੀ ਆ। ਤੇ ਘੋੜਾ ਇੱਕ ਦੁਨੀਆ ਦਾ ਇਕੱਲਾ ਜਾਨਵਰ ਆ। ਇਹਨੂੰ ਆਪਾਂ ਕਹਿੰਦੇ ਵੀ ਬੰਨ ਪੈ ਗਿਆ ਘੋੜੇ ਨੂੰ। ਬੰਨ ਕਿਉਂ ਪੈਂਦਾ ਇਹਨੂੰ? ਕਿਉਂਕਿ ਘੋੜਾ ਇੱਕ ਦੁਨੀਆ ਦਾ ਇਹੋ ਜਿਹਾ ਜਾਨਵਰ ਆ ਜਿਹੜਾ ਉਲਟੀ ਨਹੀਂ ਕਰਦਾ। ਇਹਦੇ ਵਾਪਸ ਨਹੀਂ ਆਉਣਾ ਕਿਉਂਕਿ ਜਿਹੜੀ ਇਹਦੀ ਫੂਡ ਪਾਈਪ ਆ ਉਹ ਇਸ ਤਰੀਕੇ ਨਾਲ ਬਣੀ ਹੋਈ ਆ, ਅਕਿਊਟ ਐਂਗਲਾਂ ਤੇ ਮੁੜਦੀ ਆ, ਉਹ 'ਚ ਵਾਪਸੀ ਦਾ ਕੋਈ ਤਰੀਕਾ ਹੀ ਨਹੀਂ ਹੁੰਦਾ। ਤੇ ਜਾਂ ਤਾਂ ਉਹਨੂੰ ਪਿੱਛੇ ਨੂੰ ਕੱਢੂਗਾ ਜਾਂ ਉਹਨੂੰ ਬਦ ਹਜਮੀ ਹੋਊਗੀ। ਇਹ ਕਾਰਨ ਆ ਉਹਦਾ। ਡਾਕਟਰ ਸਾਹਿਬ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਘੋੜਾ ਵੀ ਮਤਲਬ ਘੋੜੇ ਦੇ ਜਿਵੇਂ ਹੁਣ ਆਪਣੇ ਇੱਕ ਮੇਦੇ ਦੀ ਸਪੈਸ਼ਲ ਇੱਕ ਥੈਲੀ ਲੱਗੀ, ਜੇ ਆਪਣੇ ਕੰਮ ਓਵਰ ਹੋ ਗਿਆ, ਆਪਣੇ ਹਜਮ ਕਰਨ ਵਾਲਾ ਜੇ ਫਲੂਇਡ ਆ ਉਹ ਜ਼ਿਆਦਾ ਬਣ ਗਿਆ ਜਾਂ ਆਪਣੇ ਤੋਂ ਖਾਧਾ ਉਹ ਜਿਹੀ ਚੀਜ਼ ਗਈ ਜਿਹਦੇ ਫਲੂਇਡ ਤੋਂ ਕਾਬੂ ਨਹੀਂ ਆਈ ਤਾਂ ਉਹ ਵਾਪਸ ਆ ਜਾਂਦੀ, ਉਲਟੀ ਹੋ ਜਾਂਦੀ ਆ, ਜਾਂ ਆਪਾਂ ਆਪ ਕੱਢ ਲੈਂਦੇ ਉਂਗਲੀ ਮਾਰ ਕੇ। ਹਾਂਜੀ, ਵੀ ਜ਼ਿਆਦਾ ਪਾਣੀ ਪੀ ਕੇ ਜਿਵੇਂ ਵੀ ਆਪਾਂ ਕਰ ਲੈਂਦੇ ਆ। ਘੋੜਾ ਜਿਹੜਾ ਘੋੜੇ ਦੇ ਕੋਈ ਇਸ ਤਰ੍ਹਾਂ ਦੀ ਥੈਲੀ ਕੋਈ ਨਹੀਂ, ਸਿੱਧੀ ਆਂਤ ਹੀ ਆ। ਆਂਤ ਦੇਖੋ ਜੀ, ਜਿਹੜੀ ਆਂਤ ਤਾਂ ਆਪਣੇ ਸਿੱਧੀ ਆ, ਆਪਾਂ ਉਹਦੇ ਥਰੂ ਬਾਹਰ ਕੱਢ ਲੈਂਦੇ ਆ। ਘੋੜਾ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਪਰ ਉਹਦੀ ਆਂਤ ਮੁੜੀ ਹੋਈ ਆ, ਉਹਦੇ ਨਾਲ ਵਾਪਸ ਆਉਂਦਾ ਨਹੀਂ। ਇਹੀ ਕਾਰਨ ਆ ਵੀ ਜਦ ਘੋੜੇ ਨੂੰ ਬਦ ਹਜਮੀ ਹੋਣੀ ਆ, ਇਹਦੇ ਦਰਦ ਸ਼ੁਰੂ ਹੋ ਜਾਣਾ। ਠੀਕ ਆ, ਉੱਥੋਂ ਫਿਰ ਬਾਅਦ ਕੀ ਹੁੰਦਾ, ਜਾਂ ਘੋੜੇ ਨੂੰ ਬੰਨ ਪਊਗਾ ਜਾਂ ਇਹਨੂੰ ਮੋਕ ਲੱਗੂਗੀ। ਠੀਕ ਹੈ, ਜਾਂ ਫਾਰਾ ਹੋ ਜਾਊਗਾ। ਇਸ ਕਰਕੇ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਘੋੜੇ ਨੂੰ ਘੱਟ ਪਾਓ ਪਰ ਵੱਧ ਵਾਰ ਪਾਓ, ਉਹਦੇ ਵਿੱਚ ਇਹ ਵੀ ਚੀਜ਼ ਆਉਂਦੀ ਆ ਵੀ ਤੁਸੀਂ ਪਾਉਣੇ ਕੀ ਹੋ। ਹੁਣ ਜੇ ਆਪਾਂ ਆਪਣੇ ਨਾਰਥ ਇੰਡੀਆ 'ਚ ਪੰਜਾਬ ਦੇ ਵਿੱਚ ਚੱਲਦਾ ਘੋੜਿਆਂ ਨੂੰ, ਜਿਵੇਂ ਮੈਂ ਕਿਹਾ ਵੀ 99% ਇਹਨਾਂ ਦੀਆਂ ਪ੍ਰੋਬਲਮ ਇਹਨਾਂ ਦੀ ਖੁਰਾਕ ਤੇ ਖੜੀਆਂ ਨੇ। ਜਿਵੇਂ ਪੋਟਾਂ ਬਣਨੀਆਂ। ਠੀਕ ਆ, ਦੇਖੋ ਕੁਛ ਚੀਜ਼ਾਂ ਹੁੰਦੀਆਂ ਨੇ। ਹੁਣ ਆਪਾਂ ਦੇਖ ਲਿਆ ਵੀ ਇਹਨੂੰ ਬਹੁਤ ਘੱਟ ਫੈਟ ਦੀ ਲੋੜ ਆ। ਹੁਣ ਜਿਵੇਂ ਆਪਾਂ ਫੀਡ ਦੀ ਗੱਲ ਕਰਦੇ ਆ, ਫੀਡ ਆ ਜਿਹੜੀ ਇਹਦੇ ਵਿੱਚ
ਫੀਡ ਅਸੀਂ ਕੋਈ ਨਹੀਂ ਵੀ ਇਕੱਲੇ ਬਣਾਉਂਦੇ ਆ, ਫੀਡ ਬਹੁਤ ਜਣੇ ਬਣਾਉਂਦੇ ਆ ਜੀ ਜੀ ਜੀ। ਤੇ ਉੱਥੇ ਸਾਨੂੰ ਹਰ ਇੱਕ ਕੁਐਸਚਨ ਕਰਦਾ ਹੁੰਦਾ ਵੀ ਤੁਹਾਡੀ ਫੀਡ ਕਿੰਨੀ ਤਰ੍ਹਾਂ ਦੀ ਆ ਜੀ। ਜੇ ਆਪਾਂ ਲੌਜੀਕਲੀ ਪੁੱਛਦੇ ਆ, ਘੋੜੇ ਦੀ ਫੀਡ 2 ਤਰ੍ਹਾਂ ਦੀ ਹੁੰਦੀ ਆ ਜੀ ਜੀ। ਗਰੋਅਰ ਤੇ ਅਡਲਟ। ਜੀ। ਘੋੜਾ ਜਿਹੜਾ ਇਹ 5 ਸਾਲ ਤੱਕ ਵੱਧਦਾ ਜੀ। ਜਦ ਘੋੜਾ ਜਨਮ ਲੈਂਦਾ ਜੀ 85% ਇਹਨੇ ਪਹਿਲੇ ਸਾਲ 'ਚ ਵਧਣਾ ਜੀ 10% ਇਹਨੇ ਦੂਜੇ ਸਾਲ 'ਚ ਵਧਣਾ, ਜਿਹੜਾ 5% ਰਹਿ ਗਿਆ ਉਹ ਪਿਛਲੇ 3 ਸਾਲਾਂ 'ਚ ਵਧਣਾ। ਜੀ ਠੀਕ ਹੈ ਜੀ। ਜਨਮ ਤੋਂ ਲੈ ਕੇ 5 ਸਾਲ ਤੱਕ ਜਦ ਇਹ ਗਰੋਇੰਗ ਸਟੇਜ 'ਚ ਆ, ਇਹਦੀ ਜਿਹੜੀ ਪ੍ਰੋਟੀਨ ਰਿਕੁਆਇਰਮੈਂਟ ਆ ਜਿਹੜੀ ਸਭ ਤੋਂ ਜ਼ਰੂਰੀ ਹੁੰਦੀ ਆ ਉਹ 14% ਹੁੰਦੀ ਆ। ਜੀ। ਉਸ ਤੋਂ ਬਾਅਦ ਜੀ ਜਦ ਘੋੜਾ 5 ਸਾਲ ਟੱਪ ਗਿਆ ਫਿਰ ਉਹ ਅਡਲਟ ਏਜ 'ਚ ਆ ਗਿਆ। ਜੀ। ਘੋੜਾ ਅਡਲਟ ਏਜ ਦੇ ਵਿੱਚ ਰਹਿੰਦਾ 5 ਸਾਲ ਤੋਂ ਲੈ ਕੇ 20 ਸਾਲ ਤੱਕ। 20 ਸਾਲ ਠੀਕ। ਉਸ ਟਾਈਮ ਜਿਹੜੀ ਇਹਦੀ ਪ੍ਰੋਟੀਨ ਰਿਕੁਆਇਰਮੈਂਟ ਆ ਉਹ ਸਿਰਫ 11% ਆ, ਜਿਹੜੀ ਬਹੁਤ ਥੋੜੀ, ਜੇ ਆਪਾਂ ਨਿਊਟ੍ਰੀਸ਼ਨ ਵਾਈਜ਼ ਮੰਨੀਏ ਨਾ ਬਹੁਤ ਥੋੜੀ ਆ। ਜੀ। ਜਦ ਘੋੜਾ 20 ਸਾਲ ਟੱਪ ਗਿਆ ਜੀ ਫਿਰ ਉਹ ਮੰਨ ਲਓ 올ਡ ਏਜ ਬੁਢੇਪੇ 'ਚ ਆ ਗਿਆ। ਜਦ ਬੁਢੇਪੇ 'ਚ ਆਉਂਦਾ ਉਹਦੀ ਪ੍ਰੋਟੀਨ ਰਿਕੁਆਇਰਮੈਂਟ ਫੇਰ ਗਰੋਅਰ ਵਾਲੀ ਹੋ ਜਾਂਦੀ ਆ। ਬੱਚੇ ਹਾਂ ਬੱਚੇ। ਪਰ ਜੀ ਇਹਦੀ ਇੱਕ ਸਟੇਜ ਇਹੋ ਜਿਹੀ ਹੁੰਦੀ ਆ ਜਦੋਂ ਇਹ ਦੁੱਧ ਚੁੰਗਦਾ ਜੀ। ਹੁਣ ਘੋੜੇ ਨੂੰ ਬਹੁਤ ਪੁੱਛਦੇ ਵੀ ਘੋੜੇ ਨੂੰ ਦੁੱਧ ਕਿੰਨਾ ਟਾਈਮ ਦੇਣਾ ਚਾਹੀਦਾ। ਜੀ ਜੀ ਜੀ। ਮੈਂ ਕਹਿੰਦਾ ਹੁੰਦਾ ਵੀ ਤੁਸੀਂ ਕਦੇ ਛਿਲੇ 'ਚ ਘੋੜੀ ਗੱਭਣ ਨਾ ਕਰਾਓ। ਤੇ ਉਹ ਹਰ ਗੱਲ ਪਿੱਛੇ ਇੱਕ ਕਾਰਨ ਆ, ਲੌਜਿਕ ਪਿਆ। ਉਹਦਾ ਕਾਰਨ ਕੀ ਆ ਕਿ ਜੇ ਤੁਸੀਂ ਘੋੜੀ ਛਿਲੇ 'ਚ ਗੱਭਣ ਕਰਾ ਲਈ ਤਾਂ ਉਹਦੇ ਜਿਹੜਾ ਘੋੜੀ ਨੇ ਆਪਣੇ ਬੱਚੇ ਨੂੰ ਦੁੱਧ ਪਿਲਾਉਣਾ ਉਹ ਜ਼ਰੂਰੀ ਹੁੰਦਾ ਵੀ 4.5 ਤੋਂ 6 ਮਹੀਨੇ ਤੱਕ ਉਹ ਆਪਣੇ ਬੱਚੇ ਨੂੰ ਦੁੱਧ ਪਿਲਾਵੇ, ਕਿਉਂਕਿ ਮਾਂ ਦੇ ਦੁੱਧ ਦਾ ਕੋਈ ਮੁਕਾਬਲਾ ਨਹੀਂ। ਹਾਂ ਉਹਦੇ ਚ ਉਹ ਸੰਪੂਰਨ ਆ। ਤੁਸੀਂ ਬਾਹਰੋਂ ਕੁਛ ਦੇਈ ਚੱਲੋ, ਮਹਿੰਗੀ ਤੋਂ ਮਹਿੰਗੀ ਖੁਰਾਕ ਦੇ ਲਓ, ਸਪਲੀਮੈਂਟ ਦੇ ਦਿਓ, ਮਾਂ ਦੇ ਦੁੱਧ ਦਾ ਕੋਈ ਮੁਕਾਬਲਾ ਨਹੀਂ ਕਰਦਾ। ਇਹ ਤਾਂ ਇੱਕ ਉਹਦੀ ਗਰੋਥ 'ਚ ਆ। ਪਰ ਮਾਂ ਦੇ ਦੁੱਧ ਜਿਹੜੀ ਤੁਹਾਨੂੰ ਇਮਿਊਨਿਟੀ ਥੋੜੀ ਬੂਸਟ ਕਰਦੀ ਆ, ਬਿਮਾਰੀਆਂ ਨਾਲ ਲੜਨ ਦੀ ਤਾਕਤ ਆ, ਉਹ ਸਿਰਫ ਮਾਂ ਦੇ ਦੁੱਧ ਤੋਂ ਮਿਲਣੀ ਆ। ਠੀਕ ਹੈ। ਤੇ ਹੁਣ ਬੜੀ ਪ੍ਰੋਬਲਮ ਆਉਂਦੀ ਆ ਕਿ ਲੋਕ ਜ਼ਿਆਦਾ ਨੇ ਜਿਹੜੇ ਆਪਣੇ ਛਿਲੇ 'ਚ ਘੋੜੀ ਗੱਭਣ ਕਰਾ ਲੈਂਦੇ। ਹਾਂਜੀ। ਹੁਣ ਉਹਦੇ ਨਾਲ ਹੋਣਾ ਕੀ ਆ, 2 ਤੋਂ 2.5 ਮਹੀਨੇ ਬਾਅਦ ਉਹਨੇ ਆਪਣੇ ਪੇਟ ਵਾਲੇ ਬੱਚੇ ਨੂੰ ਪ੍ਰੈਫਰੈਂਸ ਦੇਣ ਲੱਗ ਜਾਣਾ, ਆਪਣੀ ਡਾਈਟ ਉਹਨੂੰ ਡਿਵਰਟ ਕਰਨ ਲੱਗ ਜਾਣੀ ਆ, ਤਾਂ ਨੈਚੁਰਲੀ ਉਹਦੇ ਦੁੱਧ ਘਟ ਜਾਣਾ ਥਣਾ ਦੇ ਵਿੱਚ, ਤਾਂ ਜਿਹੜਾ ਬਾਹਰਲਾ ਬੱਚਾ ਉਹਦੀ ਗਰੋਥ ਨਹੀਂ ਹੋ ਪਾਉਂਦੀ। ਜਾਂ ਅੰਦਰਲੇ ਦੀ ਨਾਲੇ ਅੰਦਰਲੇ ਦੀ ਵੀ ਘੱਟ ਹੋਊ ਤੇ ਬਾਹਰਲੇ ਦੀ ਵੀ। ਹਾਂਜੀ। ਘੋੜੇ ਨੂੰ ਉਹੀ ਆ ਵੀ 4.5 ਤੋਂ 6 ਮਹੀਨੇ ਤੱਕ। ਹੁਣ ਕਈ ਬੰਦੇ ਇਹੋ ਜਿਹੇ ਨੇ ਜਿਹੜੇ 6 ਮਹੀਨੇ ਤੋਂ ਬਾਅਦ ਵੀ ਮੰਨ ਲਓ ਘੋੜੀ ਆਪਾਂ ਗੱਭਣ ਨਹੀਂ ਕਰਾਈ ਜਾਂ ਗੱਭਣ ਨਹੀਂ ਰਹੀ, ਉਹ 6 ਮਹੀਨੇ ਤੋਂ ਬਾਅਦ ਵੀ ਉਹਨੂੰ ਦੁੱਧ ਪਿਆਈ ਜਾਂਦੇ ਆ। ਦੇਖੋ ਇੱਕ ਟਾਈਮ ਆਉਣਾ ਜਦ ਘੋੜੀ ਦਾ ਦੁੱਧ ਘਟਣ ਲੱਗ ਜਾਣਾ, ਪਰ ਬੱਚੇ ਨੂੰ ਤਾਂ ਆਦਤ ਪਈ ਉਹ ਥਣਾ ਨੂੰ ਚਿੰਬੜੀ ਜਾਂਦਾ। ਬਹੁਤ ਕੀਮਤੀ ਜਿਹੜੇ ਬਸ਼ੇਰੀਆਂ ਨੇ, ਜਦ ਤੁਸੀਂ 6 ਮਹੀਨੇ ਤੋਂ ਬਾਅਦ ਵੀ ਉਹਨੂੰ ਨਹੀਂ ਹਟਾਉਂਦੇ ਤਾਂ ਉਹ ਮੂੰਹ ਪਾਉਂਦਾ ਥਣ ਨੂੰ, ਤਾਂ ਉੱਥੇ ਘੋੜੀ ਦਾ ਲੱਤੀ ਮਾਰਦੀ ਆ, ਜਿਹੜੀ ਹੈਡ ਇੰਜਨ ਦੇ ਥਾਂ ਤੇ ਮਰ ਜਾਂਦੀਆਂ ਨੇ ਬੱਚੇ। ਤੇ ਕੋਸ਼ਿਸ਼ ਕਰੋ ਵੀ 4.5 ਤੋਂ 6 ਮਹੀਨੇ ਤੋਂ ਤੁਸੀਂ ਦੁੱਧ ਹਟਾ ਦਿਓ। ਤੇ ਹੁਣ ਉੱਥੇ ਕੀ ਹੁੰਦਾ ਵੀ ਕਈ ਵਾਰ ਪਹਿਲਣ ਘੋੜੀਆਂ ਨੇ ਜਾਂ ਪਹਿਲੀ ਵਾਰ ਸੂੰਦੀਆਂ ਨੇ, ਜਾਂ ਕਈ ਘੋੜੀਆਂ ਦਾ ਨੈਚੁਰਲੀ ਖੁਰਾਕ ਇਹੋ ਜਿਹੀ ਹੁੰਦੀ ਆ ਵੀ ਉਹਨਾਂ ਦੇ ਦੁੱਧ ਘੱਟ ਉਤਰਦਾ। ਤੇ ਇੱਕ ਨਾ ਸਾਡੇ ਲੋਕਾਂ ਦੇ ਵਿੱਚ ਮੁਕਾਬਲੇਬਾਜ਼ੀ ਵੀ ਆ ਘੋੜਿਆਂ ਦੇ ਵਿੱਚ। ਉਹ ਕਹਿੰਦੇ ਨੇ ਵੀ ਜਿਹੜਾ ਅਸੀਂ ਬਸ਼ੇਰਾ ਜਾਂ ਬਸ਼ੇਰੀ ਤਿਆਰ ਕਰ ਰਹੇ ਹਾਂ ਉਹ ਬਾਕੀਆਂ ਨੂੰ ਅਲੱਗ ਦਿਖੇ, ਉਹਦੀ ਗਰੋਥ ਕੁਝ ਤੇਜ਼ੀ ਨਾਲ ਹੋਵੇ, ਤਾਂ ਉਹਦੇ ਲਈ ਅਸੀਂ ਹੁਣ ਇੱਕ ਫੀਡ ਬਣਾਈ ਆ ਜਿਹੜੀ ਸਟਾਰਟਰ ਕਹਿੰਦੇ ਆ। ਸਟਾਰਟਰ ਫੀਡ ਆ ਜਿਹੜੀ, ਉਹਦਾ ਕੀ ਹੁੰਦਾ ਵੀ ਤੁਸੀਂ ਆਪਣੇ 1.25 ਮਹੀਨੇ ਬਾਅਦ ਉਹ ਸ਼ੁਰੂ ਕਰ ਸਕਦੇ ਹੋ ਜਦੋਂ ਖਾਣ ਲੱਗ ਗਿਆ ਬੱਚਾ। ਹਾਂਜੀ, ਬੱਚੇ ਨਾਲ। ਪਰ ਕੋਸ਼ਿਸ਼ ਕਰਿਆ ਕਰੋ ਵੀ ਬੱਚੇ ਨੂੰ ਜਿਹੜੀ ਤੁਸੀਂ ਫੀਡ ਦੇਣੀ ਉਹ ਮਾਂ ਦੇ ਨਾਲ ਹੀ ਦਿਓ। ਮਾਂ ਦੇ ਨਾਲ ਦਿਓ, ਮਾਂ ਤੋਂ ਅੱਡ ਨਾ ਪਾਓ। ਉਹਦਾ ਕਾਰਨ ਕੀ ਆ ਬਈ ਮਾਂ ਉਹਨੂੰ ਸਿਖਾਉਂਦੀ ਬਹੁਤ ਕੁਛ, ਜਿਵੇਂ ਆਪਣੇ ਮਾਪਿਓ ਸਿਖਾਉਂਦੇ ਨੇ, ਹਾਂ ਸੰਸਕਾਰ ਦਿੰਦੀ ਆ। ਉਹਦੇ ਵਿੱਚ ਇਹ ਵੀ ਚੀਜ਼ਾਂ ਇਨਕਲੂਡ ਨੇ ਵੀ ਤੂੰ ਘੱਟ ਵੱਧ ਨਹੀਂ ਖਾਣਾ ਜਾਂ ਤੂੰ ਘੱਟ ਨਾ ਖਾਵੇਂ, ਇਹ ਚੀਜ਼ਾਂ ਵੀ ਮਾਂ ਤੋਂ ਸਿੱਖਦਾ ਬੱਚਾ ਸਿੱਖਦਾ। ਹਾਂਜੀ। ਪਰ ਉਹਦੀ ਡਾਈਟ ਉਹੀ 2% ਆ। ਹਾਂ ਜੀ। ਹੁਣ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਅੱਗੇ ਤੋਰਾਂਗੇ ਤੁਹਾਡੀ ਗੱਲ ਨੂੰ, ਜਿਵੇਂ ਹੁਣ ਇੱਕ ਘੋੜੀ ਕੋਈ ਵੀ ਜਾਨਵਰ, ਉਹ ਜਦੋਂ ਆਪਾਂ ਕਹਿੰਦੇ ਕਿ ਘੋੜੀ ਸੂਪੀ ਪਹਿਲੀ ਰਸੋਈ ਹੈ, ਉਹਨੂੰ ਬੱਚਾ ਸੰਭਾਲਣਾ ਕਿਵੇਂ ਆ ਗਿਆ? ਉਹਨੇ ਅਸਲ ਦੇ ਵਿੱਚ ਜਦੋਂ ਉਹ ਜੰਮੀ ਸੀ ਉਹਨੇ ਆਪਣੀ ਮਾਂ ਤੋਂ ਸਿੱਖਿਆ ਕਿ ਬੱਚੇ ਨੂੰ ਕਿਵੇਂ ਮਤਲਬ ਇਹ ਸੰਸਕਾਰ ਦਿੰਦੇ ਆ, ਹਨਾ ਵੀ ਇੱਕ ਸੰਸਕਾਰ ਹੁੰਦੇ ਆ ਇਹਨਾਂ ਦੇ। ਬਾਕੀ ਉਹ ਤੁਹਾਡੇ ਵਾਲੀ ਗੱਲ ਆ ਵੀ ਜਿਹੜੀ ਘੋੜੀ ਖਾਣਾ ਵੀ ਸਿਖਾਉਂਦੀ ਹੈ ਜੀ। ਦੇਖੋ ਸਭ ਤੋਂ ਬੜਾ ਜਿਹੜਾ ਡਾਕਟਰ ਆ ਉਹ ਕੁਦਰਤ ਆ ਜੀ। ਠੀਕ ਹੈ। ਹੁਣ ਜਿਹੜੇ ਡਾਕਟਰ ਵੀ ਨੇ ਉਹਨਾਂ ਨੇ ਚੀਜ਼ਾਂ ਇਨਵੈਂਟ ਕੀਤੀਆਂ ਨੇ, ਪਰ ਕੁਦਰਤ ਤਾਂ ਪਹਿਲਾਂ ਹੀ ਸੀਗੀਆਂ। ਹੁਣ ਜਿਵੇਂ ਆਯੁਰਵੇਦ ਆ, ਜੜੀਆਂ ਬੂਟੀਆਂ ਤਾਂ ਪਹਿਲਾਂ ਹੀ ਪਈਆਂ ਨੇ। ਆਪਾਂ ਤਾਂ ਸਿਰਫ ਸਮਝ ਹੀ ਰਹੇ ਆ, ਆਪਾਂ ਕੁਝ ਪ੍ਰਾਪਤ ਨਹੀਂ ਕੀਤਾ, ਉਹੀ ਆ ਸਮਝ ਰਹੇ ਆ ਜੀ।
ਇੱਕ ਚੀਜ਼ ਹੁੰਦੀ ਆ ਵੀ ਜਿਵੇਂ ਆਪਾਂ ਅੰਗਰੇਜ਼ੀ ਕਹਿ ਦਿੰਦੇ ਆ ਕਿ ਇਨਵੈਂਸ਼ਨ ਹੈ ਕਿ ਡਿਸਕਵਰੀ ਆ, ਉਹਦਾ ਫਰਕ ਕੀ ਆ ਵੀ ਇੱਕ ਚੀਜ਼ ਆਪਾਂ ਬਣਾਈ ਨਵੀਂ ਜੀ, ਟੈਲੀਫੋਨ ਬੰਦੇ ਨੇ ਬਣਾਇਆ ਜੀ ਜੀ ਜੀ। ਹੁਣ ਇੱਕ ਚੀਜ਼ ਆ ਵੀ ਡਿਸਕਵਰ ਕਰਨੀ ਪਹਿਲਾਂ ਹੀ ਕੁਦਰਤ 'ਚ ਪਈ ਸੀ, ਉਹ ਤਾਂ ਅਸੀਂ ਉਹਨੂੰ ਸਿਰਫ ਲੱਭਿਆ ਲੱਭਿਆ ਬਸ। ਹਾਂ ਹੋ ਜਾਂਦਾ ਇਹੀ ਵਿਸ਼ਾ ਅੱਗੇ ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਮੈਂ ਕਹਿੰਦਾ ਵੀ ਘੋੜੇ ਨੂੰ ਕਦੇ ਵੀ ਤੁਸੀਂ ਛਿਲੇ 'ਚ ਗੱਭਣ ਨਾ ਕਰਾਓ ਜੇ ਤੁਸੀਂ ਬਸ਼ੇਰਾ ਬਸ਼ੇਰੀ ਤਿਆਰ ਕਰਨਾ ਜੀ। ਤੇ ਦੂਜੀ ਵੀਰ ਜੀ ਇਹ 'ਚ ਬੜੀ ਗੱਲ ਆ ਵੀ ਘੋੜੇ ਨੂੰ ਚਾਹੇ ਤੁਸੀਂ ਖੁਰਾਕ ਜਿੰਨੀ ਮਰਜ਼ੀ ਦੇਈ ਜਾਓ, ਸਭ ਤੋਂ ਵੱਡੀ ਜਿਹੜੀ ਚੀਜ਼ ਘੋੜੇ ਘੋੜੀਆਂ ਦੇ ਵਿੱਚ ਆ ਉਹ ਹੈਗੇ ਪੇਟ ਦੇ ਕੀੜੇ ਜੀ ਜੀ। ਜੇ ਤੁਸੀਂ ਪੇਟ ਦੇ ਕੀੜਿਆਂ ਵੱਲ ਧਿਆਨ ਨਹੀਂ ਦਿੰਦੇ ਜੀ ਫਿਰ 40 ਤੋਂ 45% ਜਿਹੜੀ ਉਹਨਾਂ ਦੀ ਖੁਰਾਕ ਆ, ਜੇ ਮੰਨ ਲਓ ਆਪਾਂ ਕਿਸੇ ਘੋੜੇ ਨੂੰ 10 ਕਿਲੋ ਖੁਰਾਕ ਪਾਉਨੇ ਆ ਤਾਂ ਉਹਦੀ 4 ਤੋਂ 4.5 ਕਿਲੋ ਖੁਰਾਕ ਕੀੜੇ ਹੀ ਖਾ ਜਾਂਦੇ ਆ। ਨਿਸ਼ਾਨੀਆਂ ਕੀ ਹੁੰਦੀਆਂ ਪੇਟ ਦੇ ਵਿੱਚ ਕੀੜੇ ਦੀ, ਕੀ ਨਿਸ਼ਾਨੀ ਹੈ ਜੀ? ਦੇਖੋ ਜਾਨਵਰ ਨੂੰ ਉਹਦੇ ਕਈ ਸਿੰਪਟਮ ਨੇ, ਬਹੁਤ ਨੂੰ ਤਾਂ ਸਕਿਨ ਤੇ ਪ੍ਰੋਬਲਮ ਆਉਣ ਲੱਗ ਜਾਂਦੀ ਆ ਜੀ, ਠੀਕ ਹੈ, ਬਹੁਤ ਦੀਆਂ ਅੱਖਾਂ ਦੇ ਵਿੱਚ ਗਿੱਡ ਆਊਗੀ ਜੀ, ਜਾਨਵਰ ਮਾੜਾ ਰਹੂਗਾ ਜੀ, ਜਿਵੇਂ ਕਮਜ਼ੋਰ ਹੋ ਪੈ ਜਾਊਗਾ ਜੀ, ਉਹਦੀ ਗਰੋਥ ਘਟ ਜਾਂਦੀ ਆ ਜੀ। ਤੇ ਇਹ ਮੇਜਰ ਨਿਸ਼ਾਨੀਆਂ ਹੁੰਦੀਆਂ ਨੇ ਜਿਹੜੀਆਂ ਇਹ ਇਕੱਲੀ ਇਹ ਨਹੀਂ ਘੋੜਿਆਂ ਦੇ ਵਿੱਚ, ਚਾਹੇ ਇਨਸਾਨਾਂ ਦੇ ਵਿੱਚ ਵੀ ਨੇ ਚਾਹੇ ਹੋਰ ਜਾਨਵਰਾਂ ਦੇ ਵਿੱਚ ਜੀ। ਪਰ ਘੋੜੇ ਦਾ ਜਿਵੇਂ ਤੁਹਾਨੂੰ ਦੱਸਿਆ ਵੀ ਇਹਦਾ ਸਿਸਟਮ ਅਲੱਗ ਆ ਬਾਕੀਆਂ ਨਾਲੋਂ। ਹੁਣ ਜਿਵੇਂ ਆਮ ਲੋਕ ਕੀ ਕਰਦੇ ਆ ਕਿ ਪਹਿਲਾਂ ਤਾਂ ਜਿੰਨੀ ਘੋੜਿਆਂ ਦੀ ਡੀਵਾਰਮਿੰਗ ਹੁੰਦੀ ਆ ਜਾਂ ਕੀੜਿਆਂ ਵਾਲੀ ਦਵਾਈ ਦਿੰਦੇ ਆ, ਉਹ ਜਿਹੜੀਆਂ ਬਾਜ਼ਾਰ 'ਚ ਗੋਲੀਆਂ ਮਿਲਦੀਆਂ ਨੇ ਜਾਂ ਹਾਈਟੈਕ ਨਾਲ ਜ਼ਿਆਦਾ ਕਰਦੇ ਆ ਜੀ ਜੀ ਜੀ। ਦੇਖੋ ਉਹ ਜਿਹੜੇ ਡੀਵਾਰਮਰ ਨੇ ਉਹ ਘੋੜਿਆਂ ਦੇ ਡੀਵਾਰਮਰ ਨਹੀਂ ਹੈਗੇ ਜੀ। ਘੋੜਿਆਂ ਦਾ ਡੀਵਾਰਮਰ ਕਦੇ ਲਿਕੁਇਡ ਫਾਰਮ 'ਚ ਨਹੀਂ ਹੋਊਗਾ, ਕਦੇ ਗੋਲੀ 'ਚ ਨਹੀਂ ਹੋਊਗਾ ਜੀ। ਘੋੜਿਆਂ ਦੇ ਜਿੰਨੇ ਡੀਵਾਰਮਰ ਨੇ ਉਹ ਪੇਸਟ ਫਾਰਮ 'ਚ ਨੇ ਜੀ। ਘੋੜਿਆਂ ਦੇ ਸਾਲਟ ਡਿਫਰੈਂਟ ਨੇ ਜੀ। ਇਹਦੇ ਦੁਨੀਆ ਭਰ ਦੇ ਵਿੱਚ 5 ਸਾਲਟ ਚੱਲਦੇ ਆ, ਜਿਹਦੇ ਵਿੱਚ ਇੰਡੀਆ 'ਚ 4 ਤਰ੍ਹਾਂ ਦੇ ਸਾਲਟ ਤਾਂ ਅਵੇਲੇਬਲ ਨੇ ਜੀ। ਇੱਕ ਇਹਦਾ ਜਿਹੜਾ ਸਭ ਤੋਂ ਜ਼ਿਆਦਾ ਮੈਕਟੋਡੈਕਟਿਨ ਨੂੰ ਸਾਲਟ ਕਹਿੰਦੇ ਆ, ਉਹ ਇੰਡੀਆ 'ਚ ਬਣਦਾ ਜ਼ਰੂਰ ਆ ਪਰ ਇੰਡੀਆ 'ਚ ਮਿਲਦਾ ਨਹੀਂ, ਜ਼ਿਆਦਾ ਐਕਸਪੋਰਟ ਹੁੰਦਾ, ਕੰਪਨੀਆਂ ਬਣਾਉਂਦੀਆਂ ਬਹੁਤ ਨੇ। ਪਰ ਹੋਰ ਜਿਹੜੇ 4 ਸਾਲਟ ਅਵੇਲੇਬਲ ਨੇ ਉਹ ਤੁਹਾਨੂੰ ਪੇਸਟ ਫਾਰਮ ਦੇ ਵਿੱਚ ਮਿਲਣਗੇ ਜੀ। ਉਹ ਪੇਸਟ ਫਾਰਮ ਦੇ ਵਿੱਚ ਹੁਣ ਫਰਕ ਇਹ ਆ ਵੀ ਜਿਹੜੀ ਗੋਲੀ ਆ ਜਾਂ ਲਿਕੁਇਡ ਆ ਉਹਦੀ ਜਗ੍ਹਾ ਪੇਸਟ ਨੂੰ ਪ੍ਰੈਫਰੈਂਸ ਕਿਉਂ ਦੇਣੀ ਹੈ ਜੀ? ਉਹਦਾ ਇੱਕ ਵੱਡਾ ਕਾਰਨ ਹੁੰਦਾ, ਜਿਵੇਂ ਆਪਾਂ ਮੰਨ ਲਓ ਕੋਈ ਆਪਾਂ ਮਲਮ ਆ ਜਾਂ ਕੋਈ ਆਪਾਂ ਸਰਦੀਆਂ ਦੇ ਵਿੱਚ ਕਰੀਮ ਲਾਉਨੇ ਆ, ਉਹ ਜਦੋਂ ਆਪਾਂ ਨੂੰ ਚਮੜੀ ਤੇ ਮਲਦੇ ਉਹ ਰਚ ਜਾਂਦੀ ਆ ਨਾ ਵਿੱਚ। ਇਹਦੀ ਪੇਸਟ ਦਾ ਇੱਕ ਬੜਾ ਕਾਰਨ ਕੀ ਹੁੰਦਾ ਵੀ ਜਦੋਂ ਇਹ ਆਪਾਂ ਅੰਦਰ ਘੋੜਾ ਲੈ ਕੇ ਜਾਂਦਾ ਤਾਂ ਉਹਦੇ ਅੰਦਰ ਘਰ ਕਰ ਜਾਂਦੀ ਆ ਜੀ। ਤੁਸੀਂ ਹਰ ਮਹੀਨੇ ਘੋੜੇ ਦੀ ਡੀਵਾਰਮਿੰਗ ਕਰੋ ਜੀ। ਜਿੰਨੇ ਤਰ੍ਹਾਂ ਦੇ ਸਾਲਟ ਅਵੇਲੇਬਲ ਨੇ 4 ਤਰ੍ਹਾਂ ਦੇ ਉਹਨਾਂ ਨਾਲ ਕਰੋ ਅਲੱਗ-ਅਲੱਗ। ਇੱਕ 4 ਮਹੀਨੇ ਤੁਸੀਂ ਡੀਵਾਰਮਿੰਗ ਕਰ ਲਓ। ਕਿਹੜੇ ਸਾਲਟ ਆ ਮਾੜੇ ਜਿਹੇ ਦੇਖੋ ਇਹਦੇ ਵਿੱਚ ਕੀ ਆਉਂਦਾ ਵੀ ਇੱਕ ਕੰਬੀਨੇਸ਼ਨ ਆ ਜਿਹੜਾ ਜਿਵੇਂ ਐਵਰਮੈਕਟਿਨ ਆ ਜਿਹੜਾ ਹਾਈਟੈਕ ਦਾ ਸਾਲਟ ਹੁੰਦਾ ਉਹ ਪੇਸਟ ਫਾਰਮ 'ਚ ਅਵੇਲੇਬਲ ਹੈਗਾ। ਇੱਕ ਪ੍ਰੈਜ਼ੀਕੁਇੰਟਲ ਤੇ ਐਵਰਮੈਕਟਿਨ ਦਾ ਕੰਬੀਨੇਸ਼ਨ ਆਉਂਦਾ। ਇੱਕ ਸਾਲਟ ਆ ਪੈਰੈਂਟਲ। ਇੱਕ ਗੱਭਣ ਘੋੜੀਆਂ ਲਈ ਚਾਹੇ ਕਿਸੇ ਵੀ ਮੱਝ ਜਾਂ ਗਾਂ ਉਹਦੇ ਵਿੱਚ ਇੱਕੋ ਸਾਲਟ ਯੂਜ਼ ਹੁੰਦਾ ਜਿਹੜਾ ਫਨਵੈਂਡਾਜ਼ੋਲ ਹੁੰਦਾ, ਉਹ ਘੋੜਿਆਂ ਦੇ ਵਿੱਚ ਪੇਸਟ ਫਾਰਮ 'ਚ ਆਉਂਦਾ। ਉਹ ਪਹਿਲੇ 90 ਦਿਨ ਨਹੀਂ ਆਪਾਂ ਦੇਣਾ, ਪਰ 90 ਦਿਨਾਂ ਬਾਅਦ ਤੁਸੀਂ 2-2 ਮਹੀਨੇ ਤੇ ਰਿਪੀਟ ਕਰ ਸਕਦੇ ਹੋ। ਇਹ ਜਿਹੜੀਆਂ ਜਿੰਨੀਆਂ ਵੀ ਇਹ ਪੇਸਟਾਂ ਆਉਂਦੀਆਂ ਨੇ ਇੱਕ ਸਿਰਿੰਜ ਦੇ ਵਿੱਚ ਆਉਂਦੀਆਂ ਨੇ, ਕੋਈ 6 ਡੋਜ਼ਾਂ ਜਾਂ ਕੋਈ 5 ਡੋਜ਼ਾਂ 'ਚ। ਇੱਕ ਜਿਹੜੀ ਡੋਜ਼ ਆ ਕੁਆਂਟਲ ਮਗਰ ਦੇਣੀ ਆ ਆਪਾਂ। ਜੇ ਮੰਨ ਲਓ ਮੇਰੀ ਘੋੜੀ 3 ਕੁਆਂਟਲ ਦੀ ਆ ਤਾਂ ਮੈਂ 3 ਸਿਰਿੰਜ 'ਚੋਂ 3 ਡੋਜ਼ਾਂ ਦੇ ਦੇਣੀਆਂ ਨੇ ਤੇ ਜਿੰਨੀ ਡੋਜ਼ ਮੈਂ ਅੱਜ ਦੇਤੀ ਖਾਲੀ ਪੇਟ ਦੇਣੀ ਆ ਤੇ ਉਸ ਤੋਂ ਬਾਅਦ 40-45 ਮਿੰਟ ਮੈਂ ਕੁਝ ਖਾਣ ਨੂੰ ਨਹੀਂ ਦੇਣਾ। ਇੱਕ ਗੱਲ ਹੋਰ ਹੁਣ ਮੈਨੂੰ ਦੱਸ ਦਿਓ, ਕਲੀਅਰ ਕਰ ਦਿਓ। ਇੱਕ 60 ਇੰਚ ਦਾ ਜਾਨਵਰ ਜਿਹੜਾ ਦਰਮਿਆਨੀ ਸਿਹਤ ਹੈ ਉਹ ਐਵਰੇਜ ਕਿੰਨੇ ਕੁਆਂਟਲ ਦਾ? ਦੇਖੋ ਉਹਦੇ ਵਿੱਚ ਕੀ ਹੁੰਦਾ, ਹੁਣ ਕਈ ਬੰਦੇ ਕਹਿੰਦੇ ਨੇ ਜੀ ਦਵਾਈ ਤਾਂ ਤੁਸੀਂ ਦੱਸਤੀ ਦੇਣੀ ਆ, ਇਹਦਾ ਵਜਨ ਕਿਵੇਂ ਕਰੀਏ ਜੀ? ਦੇਖੋ ਵਜਨ ਕੀ ਹੁੰਦਾ, ਜਿਹੜੀਆਂ ਗੋਲੀਆਂ ਵੀ ਨੇ ਆਪਾਂ ਗੱਲ ਕਰਦੇ ਆ ਵੀ ਘੋੜਿਆਂ ਨੂੰ ਕਿਉਂ ਨਹੀਂ ਦਿੰਦੇ ਹੈਗੇ, ਇੱਕ ਤਾਂ ਮੈਂ ਤੁਹਾਨੂੰ ਫਰਕ ਸਮਝਾਤਾ। ਦੂਸਰਾ ਕੀ ਕਾਰਨ ਹੁੰਦਾ ਵੀ ਕੋਈ ਵੀ ਮੈਡੀਸਨ ਹੈ ਇਕੱਲੀਆਂ ਇਹ ਗੋਲੀਆਂ ਨਹੀਂ, ਚਾਹੇ ਕੋਈ ਆਪਾਂ ਟੀਕਾ ਵੀ ਲਾਉਨੇ ਆ ਉਹਦੇ ਵਿੱਚ ਅਸੂਲ ਕੀ ਹੁੰਦਾ ਮੈਡੀਕਲ ਦਾ ਵੀ ਇੱਕ ਤਾਂ ਉਹਨੂੰ ਫੋਲੋ ਕਰੋ ਵੀ ਉਹਦੀ ਡੋਜ਼ ਨਹੀਂ ਆ, ਕਦੇ ਵੀ ਓਵਰਡੋਜ਼ ਨਾ ਕਰੋ, ਉਹ ਨੁਕਸਾਨ ਕਰੂ, ਲਿਵਰ ਤੇ ਸਟ੍ਰੈਸ ਪਾਊ। ਦੂਸਰਾ ਜੇ ਘੱਟ ਦਿੰਦੇ ਉਹ ਕੰਮ ਨਹੀਂ ਕਰਦੀ। ਹੁਣ ਘੋੜੇ ਦਾ ਉਹ ਬੰਦੇ ਕਹਿਣਗੇ ਜਾਂ ਪੁੱਛਦੇ ਆ ਉਹ ਕਹਿੰਦੇ ਜੀ ਅਸੀਂ ਇਹਨੂੰ ਕੰਡੇ ਤੇ ਲੈ ਕੇ ਜਾਈਏ, ਠੀਕ ਆ। ਉਹਦਾ ਇੱਕ ਫਾਰਮੂਲਾ ਹੁੰਦਾ ਸਿੰਪਲ ਜਿਹਾ ਫਾਰਮੂਲਾ ਜਿਹੜਾ ਪੂਰਾ ਐਕੂਰੇਟ ਵਜਨ ਕੱਢ ਦਿੰਦਾ। ਉਹ ਫਾਰਮੂਲਾ ਕੀ ਆ, ਜੇ ਉਹਨੂੰ ਆਪਾਂ ਪੰਜਾਬੀ ਦੱਸੀਏ, ਘੋੜੇ ਦੀ ਜਿਹੜੀ ਛਾਤੀ ਆ ਮੂਹਰਲੀ ਉਹ ਤੋਂ ਲੈ ਕੇ ਉਹਦੀ ਲੰਬਾਈ ਤੁਸੀਂ ਜਿੱਥੋਂ ਪੂੰਛ ਸ਼ੁਰੂ ਹੁੰਦੀ ਆ ਐ ਲੰਮੇ ਲੋਟ ਮਿਲਣੀ ਆ, ਉਹਨੂੰ ਕਹਿ ਦਿੰਦੇ ਨੇ ਆਪਣੀ ਲੈਂਥ। ਫਾਰਮੂਲਾ ਕੀ ਆ, ਲੈਂਥ ਗੁਣਾ ਗ੍ਰਿਥ ਗੁਣਾ ਗ੍ਰਿਥ। ਗ੍ਰਿਥ ਜਿਹੜਾ ਆਪਾਂ ਨਮਦਾ ਪਾਉਨੇ ਆ ਉੱਤੇ, ਹਾਂ। ਹੁਣ ਉਹ ਇੰਚਾਂ 'ਚ ਮਿਲਣਾ। ਪਹਿਲਾਂ ਤਾਂ ਤੁਸੀਂ ਲੈਂਥ ਇੰਚਾਂ 'ਚ ਲੈ ਲਓ, ਉਹਨੂੰ ਗੁਣਾ ਕਰ ਦਿਓ ਗ੍ਰਿਥ ਨਾਲ, ਫੇਰ ਗੁਣਾ ਕਰ ਦਿਓ ਗ੍ਰਿਥ ਨਾਲ। ਜਿੰਨਾ ਵੀ ਨੰਬਰ ਆ ਗਿਆ ਤੁਹਾਡਾ ਉਹਨੂੰ 300 ਤੇ ਤਕਸੀਮ ਕਰ ਦਿਓ, ਤੁਹਾਡਾ ਵਜਨ ਆ ਜਾਊ ਪਾਉਂਡਾਂ 'ਚ। ਠੀਕ ਹੈ ਜੀ।
2.5 ਕਿਲੋ ਦਾ ਯਾਨੀ 2.5 ਪਾਉਂਡ ਦਾ 1 ਕਿਲੋ ਹੁੰਦਾ। ਜਿੰਨਾ ਵੀ ਪਾਉਂਡ ਆ ਗਏ ਉਹਨੂੰ ਬਾਅਦ 2.5 ਨਾਲ ਤਕਸੀਮ ਕਰ ਦਿਓ, ਤੁਹਾਡਾ ਐਗਜ਼ੈਕਟ ਵਜਨ ਨਿਕਲਿਆ ਪੂਰਾ ਵਜਨ। ਹਾਂ, ਹੁਣ ਜਿਵੇਂ ਮੰਨ ਲਓ ਵੀ 350 ਕਿਲੋ ਨਿਕਲਿਆ ਆ ਤਾਂ 3.5 ਡੋਜ਼ਾਂ 'ਚ ਦੇ ਦਿਓ ਜੀ। ਤੇ ਇਹ ਕੱਲਾ ਡੀਵਾਰਮਿੰਗ ਦੀਆਂ ਦਵਾਈਆਂ ਲਈ ਨਹੀਂ, ਬਾਕੀ ਵੀ ਜਿਹੜੇ ਆਪਾਂ ਕੋਈ ਵੀ ਟੀਕਾ ਲਾਉਨੇ ਆ ਉਹ ਵੀ ਵਜਨ ਦੇ ਹਿਸਾਬ ਨਾਲ ਲੱਗਣਾ। ਖੁਰਾਕ ਵੀ ਵਜਨ ਦੇ? ਹਾਂ, ਖੁਰਾਕ ਤਾਂ ਆਪਾਂ ਪਹਿਲਾਂ ਹੀ ਗੱਲ ਕਰ ਲਈ ਵੀ 2% ਦੇਣੀ ਆ। ਹਾਂ, ਖੁਰਾਕ ਵੀ। ਹਾਂ, ਇਹਨੂੰ ਫੋਲੋ ਕਰੋਗੇ ਜੇ ਤੁਸੀਂ ਤਾਂ ਘੋੜੇ ਦੀ ਜਿਹੜੀ ਗਰੋਥ ਆ ਉਹ ਥੋੜੀ ਈਜ਼ੀ ਹੋ ਜੂ। ਇੱਕ ਗੱਲ ਮੈਨੂੰ ਹੋਰ ਦੱਸੋ ਡਾਕਟਰ ਸਾਹਿਬ, ਇੱਕ ਘੋੜੇ ਵਿੱਚ ਵੀ ਘੋੜੇ ਵਾਲੇ ਤੇ ਵੀ ਇੱਕ ਦੁਵਿਧਾ ਹੋ ਜਾਂਦੀ। ਘੋੜਾ ਕਿਸੇ ਬੰਦੇ ਨੇ ਲਿੱਸਾ ਨਾਮਾ ਲਿਆ, ਉਹਨੂੰ ਖੁਰਾਕ ਪਾਉਣ ਲੱਗ ਗਿਆ ਜੀ, ਉਹ ਦਿਹਾੜੀ ਦੀ 3 ਕਿਲੋ ਖੁਰਾਕ। ਹਾਂਜੀ, ਉਹਦੇ ਨਾਲ ਘੋੜਾ ਤਿਆਰ ਹੋਣ ਲੱਗ ਗਿਆ, ਘੋੜਾ ਹੋ ਗਿਆ ਤਿਆਰ, ਜਿੰਨਾ ਉਹਨੂੰ ਚਾਹੀਦਾ ਸੀ ਉਹਨਾਂ ਤਿਆਰ ਹੋ ਗਿਆ। ਕਿ ਉਸ ਤੋਂ ਬਾਅਦ ਉਹਨੂੰ 3 ਕਿਲੋ ਤੋਂ ਖੁਰਾਕ ਘਟਾਉਣੀ ਪਊਗੀ ਜਾਂ ਉਹ ਉਨਾ ਹੀ ਰਹੂਗਾ? ਦੇਖੋ ਵੀਰ ਜੀ, ਸਾਨੂੰ ਜਿਹੜੀ ਇੱਕ ਸਪਸ਼ਟ ਜੀ ਗੱਲ ਕਰਦਾ, ਮੈਨੂੰ ਬਾਕੀਆਂ ਦਾ ਤਾਂ ਨਹੀਂ ਪਤਾ ਜੀ। ਹੁਣ ਅਸੀਂ ਕੀ ਕਰਦੇ ਆ, ਜਾਂ ਸਾਨੂੰ ਕੋਈ ਫੀਡ ਬਾਰੇ ਪੁੱਛਦਾ ਤਾਂ ਅਸੀਂ ਉਹਨੂੰ ਪਹਿਲਾ ਕੁਐਸਚਨ ਇਹ ਕਰਦੇ ਆ, ਭਾਈ ਤੇਰਾ ਘੋੜਾ ਤਕੜਿਆਂ ਚ ਆਉਂਦਾ, ਦਰਮਿਆਨਿਆਂ ਚ ਆਉਂਦਾ ਕਿ ਮਾੜਿਆਂ ਚ ਆਉਂਦਾ? ਜੇ ਤਾਂ ਉਹ ਕਹਿੰਦਾ ਤਕੜਿਆਂ ਚ ਤਾਂ ਅਸੀਂ ਕਹਿੰਦੇ ਆ ਵੀ ਸਾਡੀ ਜਿਹੜੀ ਫੀਡ ਦੀ ਹੈਗੀ ਤੇਰੀ ਤੂੰ 3 ਕਿਲੋ ਪਾਉਣੀ ਆ। ਘੋੜੇ ਨੂੰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਘੱਟ ਪਾਓ ਪਰ ਵੱਧ ਵਾਰ ਪਾਓ, ਮੈਂ ਤਾਂ ਕਹਿੰਦਾ ਉਹਨਾਂ ਘੋੜੇ ਨੂੰ ਤੁਸੀਂ 5 ਵਾਰ ਪਾਓ ਜੀ, ਠੀਕ ਆ, ਪਰ ਅਸੀਂ ਇੰਨੇ ਵੇਲੇ ਵੀ ਨਹੀਂ ਸਾਰਾ ਦਿਨ ਘੋੜਿਆਂ ਨੂੰ ਲੱਗੇ ਰਹੀਏ, ਕਮ ਸੇ ਕਮ 3 ਵਾਰ ਤਾਂ ਪਾਓ ਜੀ। ਫਿਰ ਉਹ ਤੁਸੀਂ ਕੀ ਕਰਨਾ ਵੀ ਕਿਲੋ ਸਵੇਰੇ ਦੁਪਹਿਰੇ ਸ਼ਾਮ ਆਪਣੀ ਮੰਨ ਲਓ ਜੀ। ਤੇ ਇੱਕ ਆਪਾਂ ਗੱਲ ਕੀਤੀ ਸੀ ਵੀ ਘੋੜਾ ਜਦ ਮਰੂ ਤਾਂ ਬਾਅਦ ਨਾ ਮਰੂ, ਕਦੇ ਘਾਟ ਨਾਲ ਨਹੀਂ ਮਰਦਾ ਜੀ। ਹੁਣ ਜੇ ਤੁਸੀਂ ਜਿੰਨੀ ਮੈਂ ਤੁਹਾਨੂੰ ਪ੍ਰੋਟੀਨ ਦੱਸੀ ਆ ਜਾਂ ਫੈਟ, ਜੇ ਤੋਂ ਵੱਧ ਪਾਉਨੇ ਉਹ ਵੀ ਨੁਕਸਾਨ ਕਰਦੀ ਆ। ਫੀਡ ਤਾਂ ਤੁਸੀਂ 3 ਕਿਲੋ ਹੀ ਪਾ ਲਈ, ਪਰ ਪ੍ਰੋਟੀਨ ਤਾਂ ਮੈਂ ਤੁਹਾਨੂੰ 14% ਕਿਹਾ, ਤੁਸੀਂ ਪ੍ਰੋਟੀਨ ਪਾਈ ਜਾਂਦੇ ਹੋ 18%। ਹੁਣ ਇਹੀ ਕਾਰਨ ਆ ਵੀ ਘੋੜਿਆਂ ਨੂੰ ਮੱਕੀ, ਕਣਕ ਤੇ ਜੌਂ ਇਹ ਨਹੀਂ ਪੈਂਦੇ ਜੀ। ਹਾਂ, ਜੌਂ ਇਹ ਨਹੀਂ ਵੀ ਅਸੀਂ ਜੌਂ ਨਹੀਂ ਵਰਤਦੇ, ਜੌਂ ਅਸੀਂ ਵੀ ਵਰਤਦੇ ਹਾਂ, ਪਰ ਜੌਂ ਅਸੀਂ ਕੁਆਂਟਲ ਮਗਰ 3 ਜਾਂ 4 ਕਿਲੋ ਹੀ ਵਰਤਦੇ ਹਾਂ। ਮੱਕੀ ਤੇ ਕਣਕ ਤਾਂ ਤੁਸੀਂ ਕਦੇ ਭੁੱਲ ਕੇ ਮਾਰਵਾੜੀ ਜਾਂ ਕਾਠਿਆਵਾੜੀ ਜਾਂ ਸਿੰਧੀ ਜਿਹੜੇ ਸਾਡੀਆਂ ਬਰੀਡਾਂ ਨੇ ਇਹਨਾਂ ਨੂੰ ਨਹੀਂ ਪੈਂਦੇ ਜੀ, ਥੋਰੋ ਨੂੰ ਪੈਂਦੇ ਆ ਜੀ। ਕਣਕ ਤਾਂ ਮੈਂ ਕਦੇ ਦੇਖੀ ਨਹੀਂ ਪਾਉਂਦੇ, ਪਰ ਮੱਕੀ ਜ਼ਰੂਰ ਪੈਂਦੀ ਆ ਜੀ। ਉਹਦੇ 'ਚ ਕੀ ਕਾਰਨ ਹੁੰਦਾ ਕਿ ਥੋਰੋ ਦਾ ਸਟਰਕਚਰ ਹੀ ਬਿਲਕੁਲ ਡਿਫਰੈਂਟ ਆ ਮਾਰਵਾੜੀ ਨੂੰ। ਛੋਟੀ ਜਿਹੀ ਚੀਜ਼ ਦੱਸਦਾ, ਥੋਰੋ ਦਾ ਜਿਹੜਾ ਦਿਲ ਹੁੰਦਾ 12 ਕਿਲੋ ਦਾ ਹੁੰਦਾ ਜੀ। ਇਹਦਾ ਜਿਹੜਾ ਦਿਲ ਆ, ਜਿਹਨੂੰ ਆਪਾਂ ਦੇਸੀ 'ਚ ਕਹਿ ਲਈਏ ਵੀ ਇਹਦਾ ਦਿਲ 4 ਜਾਂ 4.25 ਕਿਲੋ ਦਾ, ਉਹਦਾ ਸਟਰਕਚਰ ਡਿਫਰੈਂਟ ਆ, ਉਹਦੇ ਕੰਮ ਡਿਫਰੈਂਟ ਨੇ। ਮਾਰਵਾੜੀ ਇੱਕ ਸ਼ੋ ਹਾਰਸ ਆ, ਇਹਦੀ ਜਿਹੜੀ ਦਿਨ ਦੀ ਲਿਮਟ ਆ ਉਹ 30 ਤੋਂ 40 ਕਿਲੋਮੀਟਰ ਦੀ ਆ ਜੇ ਇਹਨੂੰ ਤੁਸੀਂ ਤੋਰਦੇ ਹੋ। ਜਿਹੜਾ ਥੋਰੋ ਆ ਉਹ ਚਲੇ ਜਾਂਦਾ ਕਹਿ ਲਓ ਵੀ 75-80 ਕਿਲੋਮੀਟਰ ਤੱਕ ਵੀ, ਤੇ ਉਹ ਐਂਡਿਓਰੈਂਸ ਹਾਰਸ ਆ, ਉਹਦੀ ਨੀਡਸ ਡਿਫਰੈਂਟ ਨੇ, ਇਹਦੀ ਜ਼ਰੂਰਤ ਡਿਫਰੈਂਟ ਆ। ਇਸ ਕਰਕੇ ਮਾਰਵਾੜੀ ਨੂੰ ਜੇ ਤੁਸੀਂ ਮੱਕੀ ਯਾਰ ਕਣਕ ਤੋਂ ਪਰਹੇਜ਼ ਕਰੋਗੇ, ਬਹੁਤ ਜਿਹੜੀਆਂ ਪੋਟਾਂ ਦੀ ਪ੍ਰੋਬਲਮ ਆ, ਇਹ ਜ਼ਰੂਰੀ ਨਹੀਂ ਹੈਗੀ ਵੀ ਇਹ ਮੱਕੀ ਕਣਕ ਨਹੀਂ ਆਉਂਦੀ ਆ, ਇਹ ਐਕਸੈਸ ਪ੍ਰੋਟੀਨ ਨਾਲ ਵੀ ਆਉਂਦੀ ਆ ਜੀ। ਹੁਣ ਤੁਸੀਂ ਇੱਕ ਚੀਜ਼ ਗੱਲ ਦੇਖੀਏ ਕਿ ਜਿਹੜੇ ਬੱਚੇ ਜ਼ਿਆਦਾ ਗਰੋਥ ਕਰਨ ਵਾਲੇ ਬੱਚੇ ਹੁੰਦੇ, ਜਿਨ੍ਹਾਂ ਬੱਚਿਆਂ ਦਾ ਕੱਦ ਨਾਰਮਲ ਤੋਂ ਜ਼ਿਆਦਾ ਵੱਧ ਰਿਹਾ ਹੁੰਦਾ, ਉਹਨਾਂ ਨੂੰ ਵੀ ਪੋਟਾਂ ਦੀ ਪ੍ਰੋਬਲਮ ਆ ਜਾਂਦੀ। ਹਾਂ, ਉਹੀ ਮੈਂ ਤੁਹਾਨੂੰ ਕਾਰਨ ਸਮਝਾਉਣਾ। ਦੇਖੋ, ਪੋਟਾਂ ਦੀ ਤਾਂ ਕਾਰਨ ਕਈ ਨੇ ਪੋਟਾਂ ਹੋਣ ਦੇ ਜੀ। ਸਾਇੰਸ ਕਹਿੰਦੀ ਆ ਵੀ 11 ਜਾਂ 12 ਕਾਰਨ ਨੇ, ਪਰ ਜੇ ਆਪਾਂ ਆਪਣੇ ਇੱਥੇ ਲੋਕਲ ਦੇਖੀਏ ਇਹਦੇ ਵਿੱਚ 2 ਕਾਰਨ ਹੁੰਦੇ ਆ ਜੀ। ਹੁਣ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਊ, ਜਿਵੇਂ ਮੈਂ ਕਹਿੰਦਾ ਵੀ ਜੇ ਉਹਨੂੰ ਪ੍ਰੋਟੀਨ 14% ਚਾਹੀਦੇ ਜਾਂ 11% ਚਾਹੀਦਾ, ਉਹ ਤੋਂ ਵੱਧ ਦਓਗੇ ਤਾਂ ਪੋਟਾਂ ਹੋਣਗੀਆਂ ਜੀ। ਜੇ ਉਹ ਪੋਟਾਂ ਨੂੰ ਅਸੀਂ ਨਹੀਂ ਦੇਖਾਂਗੇ ਤਾਂ ਪੋਟਾਂ ਪੱਕ ਜਾਣਗੀਆਂ, ਪਹਿਲਾਂ ਪੋਲੀਆਂ ਰਹਿੰਦੀਆਂ ਨੇ। ਉਹ ਹੋਣੀਆਂ ਵੀ ਖੁਰਾਕ ਨਾਲੇ ਨੇ, ਉਹ ਠੀਕ ਵੀ ਖੁਰਾਕ ਨਾਲੇ ਹੋਣੀਆਂ ਨੇ ਜੀ। ਹੁਣ ਬਹੁਤ ਲੋਕ ਕੀ ਕਰਦੇ ਆ, ਮਲਤਾਨੀ ਮਿੱਟੀ ਬੰਨ ਦਿੰਦੇ ਆ ਪੋਟਾਂ ਦੇ ਕਾਰਨ, ਤੇ ਉਹ ਕਾਰਨ ਨਹੀਂ ਫੜਦੇ ਵੀ ਹੋਈਆਂ ਕਿਉਂ ਨੇ ਇਹ। ਉਹਨੂੰ ਤੁਸੀਂ ਖੁਰਾਕ ਸੁਧਾਰ ਲਓ, ਪ੍ਰੈਕਟਿਸ ਕਰਾਓ ਪ੍ਰੋਪਰ, ਉਹ ਤੁਹਾਡੀਆਂ ਪੋਟਾਂ ਠੀਕ ਹੋ ਜਾਣਗੀਆਂ। ਹੁਣ ਪੋਟਾਂ ਵਧੀ ਹੋਈ ਪ੍ਰੋਟੀਨ ਨਾਲ ਵੀ ਹੁੰਦੀਆਂ ਨੇ, ਵਧੀ ਹੋਈ ਕਾਰਬੋਹਾਈਡਰੇਟ ਨਾਲ ਵੀ ਹੁੰਦੀਆਂ ਨੇ। ਕਾਰਬੋਹਾਈਡਰੇਟ ਤੇ ਮੱਕੀ ਯਾਰ ਕਣਕ ਕਿਉਂ ਰੋਕਦੇ ਆ? ਮੱਕੀ ਯਾਰ ਕਣਕ ਦੇ ਵਿੱਚ 84 ਤੋਂ 85% ਕੱਲੀ ਕਾਰਬੋਹਾਈਡਰੇਟ ਆ, ਜਿਹੜੀ ਘੋੜੇ ਨੂੰ ਨਹੀਂ ਚਾਹੀਦੀ, ਤੇ ਹੋਰ ਬੜੀਆਂ ਪ੍ਰੋਬਲਮ ਨੇ। ਤੇ ਫਿਰ ਕਣਕ ਦਾ ਜਿਹੜਾ ਆਪਾਂ ਚੋਕਰ ਪਾਉਂਦੇ, ਦੇਖੋ ਚੋਕਰ ਆ ਉਹ ਉੱਪਰਲਾ ਹਿੱਸਾ, ਉਹ ਫਾਈਬਰ ਆ, ਜਿਹੜਾ ਉਹਦਾ ਗਲੂਟਨ ਉਹਦੇ ਅੰਦਰ ਆ ਨਾ ਦਾਣੇ 'ਚ। ਠੀਕ ਹੈ। ਉੱਪਰਲਾ ਹਿੱਸਾ ਵੱਖ ਆ, ਅੰਦਰਲਾ ਹਿੱਸਾ ਵੱਖ ਆ। ਚੋਕਰ ਪਾ ਸਕਦੇ ਆ? ਚੋਕਰ ਪਾ ਲਓ, ਚੋਕਰ ਫਾਈਬਰ ਦਾ ਸੋਰਸ ਆ, ਪਰ ਜਿਹੜਾ ਕਣਕ ਦਾ ਅੰਦਰਲਾ ਦਾਣਾ, ਹੁਣ ਆਪਾਂ ਵੀ ਦੇਖਿਆ ਚੱਕੀਆਂ ਦੇ ਰੂਲੇ ਲੱਗੇ, ਆਪਾਂ ਕਹਿੰਦੇ ਰੂਲਾ ਲਾ ਲਈ, ਉਹਦੇ ਨਾਲ ਸਵਾਦ ਤਾਂ ਬਣ ਜੂ, ਪਰ ਅਸੀਂ ਜਿਹੜਾ ਜ਼ਰੂਰੀ ਸਾਡੇ ਸਰੀਰ ਨੂੰ ਵੀ ਫਾਈਬਰ ਚਾਹੀਦਾ ਉਹ ਕੱਢ ਲੈਂਦੇ ਆ ਅਸੀਂ। ਆਹ ਚੀਜ਼ ਆ ਬਸ। ਠੀਕ ਹੈ। ਹੁਣ ਆਪਾਂ ਥੋੜਾ ਜਿਹਾ ਪ੍ਰੋਡਕਟਾਂ ਵਾਲੇ ਪਾਸੇ ਆ ਜਾਈਏ। ਮੇਰੇ ਹਿਸਾਬ ਨਾਲ ਜਾਣਕਾਰੀ ਤਕਰੀਬਨ ਜਿੰਨੀ ਕੁ ਆਪਾਂ ਘੋੜੇ ਦੇ ਮੂੰਹ ਤੋਂ ਲੈ ਕੇ ਤੇ ਪੈਰਾਂ ਤੱਕ ਚਲੇ ਗਏ ਆ, ਹਨਾ। ਤੇ ਹੁਣ ਆਪਾਂ ਥੋੜਾ ਪ੍ਰੋਡਕਟਾਂ ਵਾਲੇ ਪਾਸੇ ਆ ਜਾਈਏ। ਫਿਰ ਆਹ ਕਾਹਦੇ ਵਾਸਤੇ ਬਣਾਇਆ? ਇਹ ਜੀ
ਆਮ ਨਾ ਬਾਜ਼ਾਰ ਦੇ ਵਿੱਚ ਚਾਹੇ ਮੱਝ ਆ ਗਾਂ ਜਾਂ ਛੋਟੇ ਜਾਨਵਰ ਨੇ ਚਾਹੇ ਕੁੱਤਾ ਵੀ ਲਾ ਲਓ ਉਹਨਾਂ ਨੂੰ ਮਿਨਰਲ ਮਿਕਸਚਰ ਜ਼ਰੂਰ ਦਿੰਦੇ ਆ ਜਿਹੜੇ ਹੁੰਦੇ ਆ ਸੰਤੁਲਨ ਕਰਨ ਲਈ। ਮਿਨਰਲ ਮਿਕਸਚਰਾਂ ਦੇ ਵਿੱਚ ਕੀ ਹੁੰਦਾ ਵੀ ਜ਼ਿਆਦਾ ਜਿਹੜੇ ਮਿਨਰਲ ਮਿਕਸਚਰ ਆਉਂਦੇ ਨੇ ਉਹ 'ਚ 4 ਚਿਲੇਟਡ ਮਿਨਰਲ ਹੁੰਦੇ ਨੇ, ਕਾਪਰ ਆ, ਜ਼ਿੰਕ ਆ, ਕੋਬਾਲਟ ਅਤੇ ਮੈਗਨੀਸ਼ੀਅਮ। ਪਰ ਜਿਹੜਾ ਇਹ ਸਾਡਾ ਇਹ ਮਿਨਰਲ ਮਿਕਸਚਰ ਨਹੀਂ ਹੈਗਾ, ਇਹ ਬੂਸਟਰ ਆ। ਇਹਦੇ ਵਿੱਚ ਅਸੀਂ ਮਿਨਰਲ ਤਾਂ ਤੁਹਾਨੂੰ ਦਿੰਨੇ ਹੀ ਆ ਜਿਹੜੇ 4 ਚਿਲੇਟਡ ਚੱਲਦੇ ਆ। ਦੇਖੋ ਮਿਨਰਲ 2 ਤਰ੍ਹਾਂ ਦੇ ਹੁੰਦੇ ਨੇ, ਇੱਕ ਮਾਈਕਰੋ ਤੇ ਇੱਕ ਮੈਕਰੋ। ਮਾਈਕਰੋ ਦਾ ਮਤਲਬ ਕੀ ਹੈ, ਜਿਹੜੇ ਸਾਨੂੰ ਜ਼ਿਆਦਾ ਕੁਆਂਟੀਟੀ ਚਾਹੀਦੇ ਨੇ। ਜਿਹੜੇ ਮੈਕਰੋ ਨੇ ਜਿਹੜੇ ਸਾਨੂੰ ਜਿਵੇਂ ਬਹੁਤ ਘੱਟ ਗਿਣਤੀ ਚਾਹੀਦੇ ਨੇ, ਜਿਵੇਂ ਆਇਓਡੀਨ ਆ ਉਹ ਸਾਨੂੰ ਬਹੁਤ ਘੱਟ ਚਾਹੀਦੀ ਆ, ਠੀਕ ਆ। ਸੈਲੀਨੀਅਮ ਆ ਬਹੁਤ ਘੱਟ ਚਾਹੀਦਾ। ਕਾਪਰ ਤੇ ਜ਼ਿੰਕ ਆ ਜਾਨਵਰਾਂ ਨੂੰ ਜ਼ਿਆਦਾ ਚਾਹੀਦਾ। ਇਹਦੇ ਵਿੱਚ ਤੁਹਾਨੂੰ ਬੂਸਟਰ ਦੇ ਵਿੱਚ ਤੁਹਾਨੂੰ ਮਾਈਕਰੋ ਮਿਨਰਲ ਵੀ ਮਿਲਣਗੇ, ਮਾਈਕਰੋ ਮਿਨਰਲ ਵੀ ਮਿਲਣਗੇ, ਉਹ ਤੋਂ ਬਿਨਾਂ ਵਿਟਾਮਿਨ ਮਿਲਦੇ ਆ। ਇਹ 3 ਚੀਜ਼ਾਂ ਤਾਂ ਹੋ ਗਈਆਂ। ਉਸ ਤੋਂ ਬਿਨਾਂ ਇਹਦੇ ਵਿੱਚ ਜਿਹੜਾ ਇਹ ਬੱਕਰੀਆਂ ਔਰ ਭੇਡਾਂ ਲਈ, ਗਾਵਾਂ ਤੇ ਮੱਝਾਂ ਲਈ ਬੂਸਟਰ ਆ ਜਿਹੜਾ ਇਹ ਪਿਆ। ਇਹਦੇ ਵਿੱਚ ਤੁਹਾਨੂੰ ਅਸੀਂ ਬਾਈਪਾਸ ਪ੍ਰੋਟੀਨ ਦਿੰਦੇ ਆ, ਬਾਈਪਾਸ ਫੈਟ ਦਿੰਦੇ ਆ। ਉਸ ਤੋਂ ਬਿਨਾਂ ਇਹਦੇ ਵਿੱਚ ਬਫਰ ਹੁੰਦਾ ਜਿਹੜਾ ਮਿੱਠਾ ਸੋਡਾ ਜਾਨੀ ਆਪਾਂ ਕਹਿ ਦਿੰਦੇ ਆ, ਜਾਂ ਮੈਗਨੀਸ਼ੀਅਮ ਆਕਸਾਈਡ ਮਿਕਸ ਆ ਜਿਹੜਾ ਉਹਦਾ ਹਾਜ਼ਮਾ ਦਰੁਸਤ ਰੱਖਦਾ। ਸਾਡੇ ਸਰੀਰ ਦੇ ਵਿੱਚ ਜਾਂ ਹਰ ਇੱਕ ਸਰੀਰ ਦੇ ਵਿੱਚ ਇੱਕ ਤੇਜ਼ਾਬੀ ਮਾਦਾ ਇੱਕ ਜ਼ਹਿਰੀ ਮਾਦਾ ਉਹ ਲੈਵਲ ਚਾਹੀਦਾ। ਜਦ ਉਹ ਲੈਵਲ ਬਫਰੇ ਕਰਦਾ ਅਗਾਲੀ ਵਾਲੇ ਜਾਨਵਰਾਂ ਦੇ ਵਿੱਚ। ਤੇ ਇਹਦੇ ਵਿੱਚ ਫਿਰ ਇੱਕ ਅਸੀਂ ਸੁਹੰਜਣਾ ਪਾਉਂਦੇ ਆ, ਸੁਹੰਜਣੇ ਦਾ ਪਾਊਡਰ। ਸੁਹੰਜਣਾ ਆਪ ਇਹੋ ਜਿਹੀ ਚੀਜ਼ ਆ ਜਿਹਦੇ ਵਿੱਚ 300 ਤਰ੍ਹਾਂ ਦੇ ਨਿਊਟ੍ਰੀਐਂਟਸ ਨੇ, ਉਹਦਾ ਪਾਊਡਰ ਪੈਂਦਾ ਇਹਦੇ ਵਿੱਚ। ਉਹ ਤੋਂ ਬਿਨਾਂ ਤੁਸੀਂ ਆਪ ਬਣਾਇਆ ਇਸ ਜਿੰਨੇ ਪ੍ਰੋਡਕਟ ਤੁਹਾਡੇ ਕੋਲ ਸਾਹਮਣੇ ਪਏ ਨੇ ਇਹ ਸਾਡੇ ਆਪਣੇ ਬਣਾਏ ਹੋਏ ਨੇ, ਕੋਈ ਬਾਹਰੋਂ ਨਹੀਂ ਬਣਦਾ ਹੈਗਾ, ਮੇਰੇ ਆਪਣੇ ਬਣਾਏ ਹੋਏ ਨੇ, ਮੇਰੀ ਆਪਣੀਆਂ ਫਾਰਮੂਲੇਸ਼ਨਾਂ ਨੇ। ਤੇ ਇਹਦੇ ਵਿੱਚ ਜੇ ਤੁਸੀਂ ਮੱਝਾਂ ਗਾਵਾਂ 'ਚ ਪਾਉਂਦੇ ਹੋ ਜਾਂ ਜਿਵੇਂ ਹੁਣ ਆਪਣੇ ਮੱਝਾਂ ਗਾਵਾਂ ਆਪਾਂ ਦੁੱਧ ਲਈ ਰੱਖਦੇ ਹਾਂ, ਉਹ ਮੋਟਾ ਜਿਹਾ ਹਿਸਾਬ ਆ ਜੋ ਆਪਣੇ ਪਿੰਡਾਂ ਵਾਲੇ ਚੀਜ਼ ਚੰਗੀ ਕਹਿ ਲੈਂਦੇ ਹੁੰਦੇ, ਉਦੋਂ ਬਾਅਦ ਰੁਪਈਆਂ ਤੇ ਆ ਜਾਂਦੇ ਹੁੰਦੇ। ਰੁਪਈਏ ਕਿੰਨੇ ਕੁ ਲੱਗ ਜਾਂਦੇ ਮਹੀਨੇ ਦਾ, ਕਿੰਨੇ ਕੁ ਦਾ ਪੈ ਜਾਂਦਾ? ਇਹ ਅੱਧਾ ਕਿਲੋ ਦੀ ਡਾਈਟ ਹੈ ਜੀ ਪਰ ਡੇ ਦੀ ਤੇ 625 ਰੁਪਏ ਦਾ ਪੈਕਟ ਆ 5 ਕਿਲੋ ਦਾ। ਔਰ ਕੰਟੀਨਿਊ ਆਪਾਂ ਮਹੀਨੇ ਦੀ ਗੱਲ ਕਰਦੇ ਹੈਗੇ ਆ ਤਾਂ ਤੁਹਾਡੇ 5 ਪੈਕਟ ਘੱਟੋ ਘੱਟ ਲੱਗ ਜਾਂਦੇ, 5 ਤੋਂ 6 ਇੱਕ ਜਾਨਵਰ ਤੇ 5 ਪੈਕਟ ਖਾਊਗਾ। ਇਹ ਇੱਕ ਪੂਗਾ 5 ਕਿਲੋ ਦਾ ਨਹੀਂ, ਇਹ ਇੱਕ ਜਿਹੜਾ ਅੱਧਾ ਕਿਲੋ ਡੋਜ਼ ਹੈ ਇਹਦੀ, ਇਹ 3 ਪੈਕਟ ਲੱਗਦੇ ਜੀ। 10 ਦਿਨਾਂ ਦੇ ਇੱਕ ਪੈਕਟ ਲੱਗਦਾ ਇਹ। 10 ਦਿਨਾਂ ਦਾ 15 ਕਿਲੋ ਲੱਗੂਗਾ ਇਹ ਮਹੀਨੇ ਦਾ। ਇਹ 5 ਕਿਲੋ ਦਾ ਨਾ, 5 ਕਿਲੋ ਦਾ ਆਪਾਂ ਅੱਧਾ ਕਿਲੋ ਰੋਜ਼ ਦੀ ਡੋਜ਼ ਬਣਾਤੀ। ਉਹ 'ਚ ਅਸੀਂ ਕਹਿੰਦੇ ਆ ਪਾਈਆ ਸਵੇਰੇ ਪਾਓ, ਪਾਈਆ ਸ਼ਾਮ ਨੂੰ ਪਾਓ। ਹੁਣ ਤੁਹਾਡੀ ਗੱਲ ਤੇ ਤੁਸੀਂ ਕਹਿੰਦੇ ਵੀ ਖਰਚਾ ਤਾਂ ਵੱਧ ਗਿਆ। ਹੁਣ ਉਹ ਖਰਚਾ ਵੱਧ ਗਿਆ, ਉਹਦਾ ਮੈਂ ਤੁਹਾਨੂੰ ਕਾਰਨ ਸਮਝਾਉਣਾ ਵੀ ਤੁਸੀਂ ਜਿਹੜੀ ਆਮ ਫੀਡ ਪਾਉਨੇ ਹੋ, ਫੀਡ ਤਾਂ ਹਰੇਕ ਪਾਉਂਦਾ, ਉਹ ਤੁਸੀਂ 2 ਕਿਲੋ ਘਟਾ ਲਓ। 2 ਕਿਲੋ ਘਟਾ ਕੇ ਅੱਧਾ ਕਿਲੋ ਇਹ ਪਾ ਲਓ ਵਿੱਚ। ਕਿਲੋ ਸਵੇਰੇ ਫੀਡ ਤੋੜ ਲਓ, ਕਿਲੋ ਸ਼ਾਮ ਨੂੰ ਤੋੜ ਲਓ। 250 ਗ੍ਰਾਮ ਪਾਈਆ ਸਵੇਰੇ ਪਾ ਦਿਓ, ਪਾਈਆ ਇੱਕ ਤਾਂ ਆਪਣਾ ਉਹ ਖਰਚਾ ਘਟਾਤਾ ਆਪਾਂ, ਜਾਂ ਲਾ ਲਓ ਬਰਾਬਰ ਕਰ ਲਿਆ। ਹੁਣ ਇਹਦਾ ਫਾਇਦਾ ਕੀ ਹੋਣਾ? ਫਾਇਦਾ ਇੱਕ ਚੀਜ਼ ਮੈਂ ਅਸੀਂ ਗਰੰਟੀ ਨਾਲ ਕਹਿੰਦੇ ਆ, ਦੁੱਧ ਤਾਂ ਵਧਾਊਗਾ ਹੀ ਵਧਾਊਗਾ। ਇਹ ਤੁਹਾਡੀ ਫੈਟ ਆ ਜਿਹੜੀ, ਉਹ ਜਿਹੜਾ ਬੜੇ ਨੰਬਰ ਹੁੰਦੇ ਆ ਨਾ, 1 ਤੋਂ 1.5 ਨੰਬਰ ਬੜਾ ਚੱਕੂ। ਇਹ ਤਾਂ ਫੈਟ ਦੀ ਗੱਲ ਹੋ ਗਈ। ਫਿਰ ਆ ਗਈ SNF। ਗਰਮੀਆਂ ਦੇ ਵਿੱਚ ਜਾਂ ਸਰਦੀਆਂ ਦੇ ਵਿੱਚ ਵੀ ਆਪਾਂ ਫੈਟ ਵਧਾ ਲੈਂਦੇ ਆ, ਸਭ ਕੁਝ ਦੁੱਧ ਵੱਧ ਜਾਂਦਾ, ਪਰ SNF ਨਹੀਂ ਵੱਧਦੀ। ਉਹ ਜਿਹੜੀ ਗ੍ਰੈਵਿਟੀ ਹੁੰਦੀ ਜਿਹੜਾ ਪਾਊਡਰ, ਗ੍ਰੈਵਿਟੀ ਡਿਫਰੈਂਟ ਆ। ਦੇਖੋ ਦੁੱਧ ਦੀ 2 ਚੀਜ਼ਾਂ ਹੀ ਹੁੰਦੀਆਂ ਨੇ, ਇੱਕ ਫੈਟ ਹੁੰਦੀ ਹੈ, ਇੱਕ SNF। SNF ਕੀ ਹੁੰਦੀ ਆ? ਸੋਲਿਡ ਨਾਟ ਫੈਟ। ਫੈਟ ਤੋਂ ਬਿਨਾਂ ਜਿੰਨੀਆਂ ਵੀ ਚੀਜ਼ਾਂ ਦੁੱਧ 'ਚ ਨੂੰ SNF ਆ। ਹੁਣ ਇਹਦੇ ਨਾਲ ਕੀ ਹੁੰਦਾ, ਜਿਹਨੂੰ ਆਪਾਂ ਦੇਸੀ ਤਰੀਕੇ ਨਾਲ ਕਹੀਏ, ਗਰਮੀਆਂ ਦੇ ਵਿੱਚ ਆਪਾਂ ਕਹਿੰਦੇ ਆ ਜਿਹੜੀ, ਜਾਂ ਗਰਮੀਆਂ ਸਰਦੀਆਂ 'ਚ ਸਾਡੀ ਗ੍ਰੈਵਿਟੀ ਦੁੱਧ ਦੀ 8.5 ਜਾਂ 8 ਚਾਹੀਦੀ ਹੁੰਦੀ ਆ। ਗਰਮੀ ਦੇ ਵਿੱਚ ਤੁਸੀਂ ਜ਼ੋਰ ਲਾ ਲਓ, ਦੁਨੀਆ ਦਾ ਕੋਈ ਪ੍ਰੋਡਕਟ ਵਰਤ ਲਓ, ਤੁਹਾਡੀ ਗ੍ਰੈਵਿਟੀ 8 ਤੱਕ ਨਹੀਂ ਪਹੁੰਚਦੀ। ਗ੍ਰੈਵਿਟੀ ਮੇਰੇ ਸਾਹਮਣੇ ਨਹੀਂ SNF ਸੱਚ, ਸੌਰੀ ਨਹੀਂ, ਉਹੀ ਗ੍ਰੈਵਿਟੀ SNF ਆ ਜਿਹੜੀ। SNF ਤੁਹਾਡੀ 8 ਜਾਂ 8.5 ਤੱਕ ਨਹੀਂ ਪਹੁੰਚਦੀ, ਥੱਲੇ ਹੀ ਰਹਿ ਜਾਂਦੀ ਆ। ਤੁਸੀਂ ਇਹ ਰੈਗੂਲਰ ਯੂਜ਼ ਕਰੋ ਮਹੀਨਾ, ਤੁਹਾਡੀ ਜਿਹੜੀ SNF ਆ ਉਹ ਗਰਮੀ ਦੇ ਵਿੱਚ ਵੀ 10 ਤੋਂ ਉੱਤੇ ਜਾਊਗੀ। ਇਹ ਦੇਖੋ ਐ ਨਹੀਂ ਅਸੀਂ ਇੱਥੇ ਪੈਕਟ ਭਰ ਕੇ ਰੱਖ ਲਏ, ਇਹਦੇ ਘੱਟੋ ਘੱਟ ਯਾਨੀ ਮੇਰੀ ਜਿਹੜੀ ਅਕੋਰਡਿੰਗ ਵੀ ਮੈਂ 1700 ਜਾਨਵਰ ਤੇ ਇਹਦਾ ਟ੍ਰਾਇਲ ਕੀਤਾ। ਆਮ ਤੌਰ ਤੇ ਵੈਸੇ ਪਿੰਡਾਂ ਦੇ ਵਿੱਚ ਜਿਹੜਾ ਦੁੱਧ ਦਾ ਰੇਟ ਆ ਉਹ ਫੈਟ ਦੇ ਤੇ ਗ੍ਰੈਵਿਟੀ ਦੇ ਹਿਸਾਬ ਨਾਲ ਹੀ ਮਿਲਦਾ। ਦੇਖੋ ਮੈਂ ਤੁਹਾਨੂੰ ਕਾਰਨ ਸਮਝਾਉਣਾ, ਪਿਛਲੇ 2 ਸਾਲਾਂ ਤੋਂ ਜਿੰਨੇ ਵੀ ਮੁੱਖ ਉਦਾਹਰਣ, ਜਿਵੇਂ ਤੁਹਾਡੇ ਪਿੰਡਾਂ 'ਚ ਨੈਸਲੇ ਜ਼ਿਆਦਾ ਖਰੀਦ ਕਰਦੀ ਆ, ਸਾਡੇ ਵੇਰਕਾ ਜ਼ਿਆਦਾ ਕੀ ਕਰਦੀ ਆ। ਜਿਹੜੀ ਫੈਟ ਆ ਨਾ, ਫੈਟ ਜੇ ਵੱਧਦਾ ਤਾਂ ਉਹਦਾ ਨਾ ਵੇਰਕੇ ਨੂੰ ਕੋਈ ਫਾਇਦਾ, ਨਾ ਉਹਦਾ ਨੈਸਲੇ ਨੂੰ ਕੋਈ ਫਾਇਦਾ, ਉਹ ਇਕੱਲਾ ਘਿਓ ਬਣਾ ਸਕਦੇ ਆ। ਜਿੰਨੇ ਵੀ ਬਾਕੀ ਪ੍ਰੋਡਕਟ ਬਣਨੇ ਆ, ਚਾਹੇ ਪਨੀਰ ਬਣਨਾ, ਠੀਕ ਆ ਜੀ, ਚਾਹੇ ਉਹਦਾ ਕੋਈ ਹੋਰ ਚੀਜ਼ ਬਣਦੀ ਆ ਦੁੱਧ ਤੋਂ, ਖੋਆ ਬਣਨਾ, ਉਹ SNF ਨਾਲੇ ਬਣਨਾ। ਹੁਣ ਇਹਨਾਂ ਨੇ ਪਿਛਲੇ 2 ਸਾਲਾਂ ਤੋਂ ਖਰੀਦ ਦੀ ਪ੍ਰੋਸੈਸ ਕੀ ਕਰਤੀ ਵੀ ਅਸੀਂ ਫੈਟ ਵੀ ਦੇਖਣੀ ਆ, ਅਸੀਂ SNF ਵੀ ਦੇਖਣੀ ਆ। ਜੇ ਤੁਹਾਡੀ ਫੈਟ ਤਾਂ 10 ਆ ਗਈ, ਪਰ ਤੁਹਾਡੀ SNF ਜੇ 4 ਫਿਰਦੀ ਆ ਤਾਂ ਉਹਨਾਂ ਨੂੰ ਕੋਈ ਫਾਇਦਾ ਨਹੀਂ। ਘਿਓ ਕਿੰਨਾ ਕੁ ਬਣਾ ਲੈਣਗੇ ਉਹ? ਫਿਰ ਦੁੱਧ ਦਾ ਪਾਊਡਰ ਬਣਦਾ, ਉਹ SNF ਨਾਲ ਬਣਨਾ।
ਠੀਕ ਹੈ ਜੀ, ਉਹ ਚੀਜ਼ਾਂ ਇਹ ਦੇਖਦੇ ਨੇ। ਇਹਦਾ ਹੁਣ ਸੁੱਕਾ ਦੁੱਧ ਹੋ ਗਿਆ ਬੱਚਿਆਂ ਲਈ, ਸਟਾਰਟਿੰਗ ਵਾਲਾ ਹੋ ਗਿਆ, ਫਿਰ ਉਸ ਤੋਂ ਮਹੀਨੇ ਵਾਲਾ ਹੋ ਗਿਆ, ਜਿਹੜਾ ਜਿੰਨਾ ਜੁਗਾੜ ਜਿੰਨੇ ਪ੍ਰੋਡਕਟ ਬਣਦੇ ਐਸਐਨਐਫ ਦੇ ਥਰੂ ਹੀ ਐਸਐਨਐਫ ਦੇ ਕਾਰਨ ਹੀ ਬਣਦੇ ਨੇ। ਤੇ ਹੁਣ ਇਹਨਾਂ ਨੇ ਕਰ ਲਿਆ ਵੀ ਸਾਨੂੰ ਤੁਸੀਂ ਐਸਐਨਐਫ 8 ਤੋਂ ਉੱਤੇ ਦੇ ਦਿਓ ਜਾਂ 8 ਦੇ ਦਿਓ, ਫੈਟ ਬੇਸ਼ੱਕ ਸਾਨੂੰ 7 ਦੇ ਦਿਓ। ਜੇ ਤੁਹਾਡੀ 10 ਜ਼ੀਰੋ ਦੇ ਪੈਸੇ ਤੁਹਾਨੂੰ ਘੱਟ ਮਿਲਣਗੇ, ਜੇ ਤੁਹਾਡੀ ਐਸਐਨਐਫ ਘੱਟ ਆ ਨਾ, ਜੇ ਤੁਹਾਡੀ ਐਸਐਨਐਫ ਵੀ ਪੂਰੀ ਆ ਤੇ ਫੈਟ ਤੁਹਾਡੀ 8 ਆ, ਤਾਂ ਤੁਹਾਡੇ ਪੈਸੇ 10 ਜ਼ੀਰੋ ਤੋਂ ਵੱਧ ਮਿਲਣਗੇ ਤੁਹਾਨੂੰ। ਹੋ ਗਿਆ ਵੀਰੇ ਆਪਣਾ ਮਤਲਬ ਜਿਹੜਾ ਐਸਐਨਐਫ ਵਧਾਊਗਾ। ਹਾਂ, ਇਹ ਐਸਐਨਐਫ ਫੈਟ ਤੇ ਗ੍ਰੈਵਿਟੀ ਤਾਂ ਵਧਾਉਂਦਾ ਜਾਂ ਦੁੱਧ ਵਧਾਉਂਦਾ। ਠੀਕ ਹੈ। ਉਸ ਤੋਂ ਬਿਨਾਂ ਜਿਹੜੀ ਸਭ ਤੋਂ ਬੜੀ ਪ੍ਰੋਬਲਮ ਜਿਹੜੇ ਆਵਾਰਾ ਫਿਰਦੇ ਨੇ ਜਾਨਵਰ, ਵੀ ਆਪਣੀ ਕੋਈ ਆਸ ਨਹੀਂ, ਹਾਂ ਗੱਭਣ ਨਹੀਂ ਰਹਿੰਦੀਆਂ। ਹਾਂਜੀ, ਦੇਖੋ ਗੱਭਣ ਨਾ ਰਹਿਣ ਦੇ ਦੋ ਕਾਰਨ ਹੁੰਦੇ ਆ। ਇੱਕ ਤਾਂ ਜੇ ਤੁਹਾਡੇ ਜਾਨਵਰ ਦੇ ਅੰਦਰ ਰਸੌਲੀ ਆ, ਦੂਸਰਾ ਜੇ ਉਹਨੂੰ ਤੱਤਾਂ ਦੀ ਘਾਟ ਆ। ਕੋਈ 2 ਸਾਲ ਦੀ ਵੀ ਜਿਹਨੂੰ ਰਸੌਲੀ ਨਹੀਂ ਹੈਗੀ, 2 ਸਾਲ ਦੀ ਖੜੀ ਆ ਖਾਲੀ, ਤੁਸੀਂ ਬਾਈਏ ਤੇ ਹੀਟ ਚ ਆਉਂਦੀ ਆ ਜਾਨਵਰ, ਤੁਸੀਂ ਪਾਓ 3 ਹਫ਼ਤੇ, ਤੁਹਾਨੂੰ ਪਹਿਲੇ ਬਾਈਏ ਚ ਦੱਸੂਗੀ। ਠੀਕ ਹੈ, ਵੀ ਕਲੀਅਰ ਹੋ ਜਾ। ਹਾਂ, ਕਲੀਅਰ ਹੋਊਗੀ ਤੇ ਗੱਭਣ ਵੀ ਹੋਊਗੀ ਜੀ। ਠੀਕ ਆ। ਤੇ ਉਸ ਤੋਂ ਬਾਅਦ ਜਿਹੜੀ ਉਹਦੀ ਓਵਰਆਲ ਡਿਵੈਲਪਮੈਂਟ ਆ, ਜਾਨਵਰ ਕਦੇ ਮਾੜਾ ਨਹੀਂ ਹੁੰਦਾ, ਚਾਹੇ ਕੋਈ 50 ਲੀਟਰ ਵਾਲੀ ਆ, ਉਹਨਾਂ ਦੀ ਪ੍ਰੋਬਲਮ ਕੀ ਹੁੰਦੀ, ਅੰਦਰ ਨੂੰ ਬੜੀ ਜਾਂਦੀ ਹੁੰਦੀ ਹੈ, ਉਹ ਮਾੜੀ ਨਹੀਂ ਹੋਊਗੀ। ਤੇ ਉਸ ਤੋਂ ਬਿਨਾ ਉਹ ਤੁਹਾਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਇੰਨੀ ਵਧਾ ਦਿੰਦਾ, ਕਿਉਂਕਿ ਇਹਦੇ ਵਿੱਚ ਸੁਹੰਜਣਾ ਵਗੈਰਾ ਚੀਜ਼ਾਂ ਜਿਹੜੀਆਂ ਪਈਆਂ ਹੋਈਆਂ ਨੇ, ਉਹ ਵਿਟਾਮਿਨ ਸੀ ਰਿਚ ਨੇ। ਥੋੜੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਇੰਨੀ ਵਧਾ ਦਿੰਦਾ ਕਿ ਤੁਹਾਡੇ ਘਰੇ ਡਾਕਟਰ ਦੀ ਲੋੜ ਨਹੀਂ ਪੈਂਦੀ। ਫਿਰ ਤੁਹਾਡੇ ਖੁਰਾਂ ਦੀ ਜਿਹੜੀ ਪ੍ਰੋਬਲਮ ਆ, ਉਹ ਵੀ ਤੱਤਾਂ ਦੀ ਘਾਟ ਨਾ ਆਉਂਦੀ ਆ, ਉਹ ਨਹੀਂ ਆਊਗੀ। ਯਾਨੀ ਓਵਰਆਲ ਜਾਨਵਰ ਦੀ ਡਿਵੈਲਪਮੈਂਟ ਕਰਦਾ। ਠੀਕ ਹੈ ਜੀ। ਤੇ ਆਪਾਂ ਅੱਗੇ ਥੋੜਾ ਜਿਹਾ ਗਾਂਹ ਨੂੰ ਚੱਲੀਏ, ਤੇ ਆਹ ਕੀ ਹੈ ਜੀ? ਇਹ ਆ ਜੀ ਘੋੜਿਆਂ ਦਾ ਤੇਲ। ਜਿਵੇਂ ਆਮ ਆਪਾਂ ਆਪਣੇ ਸਾਰੇ ਘੋੜਿਆਂ ਨੂੰ ਤੇਲ ਦਿੰਦੇ ਆ, ਕੋਈ ਸਰੋਂ ਦਾ ਦਿੰਦਾ, ਹਾਂਜੀ, ਸਰਦੀਆਂ ਦੇ ਵਿੱਚ ਉਹ ਅਲਸੀ ਦਾ ਤੇਲਾਂ ਦਾ ਆ ਜਾਂਦਾ। ਇਹ ਜਿਹੜਾ ਤੇਲ ਆ, ਇਹ ਸਾਡਾ ਆਪਣਾ ਹੀ ਬਣਾਇਆ ਹੋਇਆ, ਜਿਵੇਂ ਪਹਿਲਾਂ ਹੀ ਦੱਸਿਆ ਤੁਹਾਨੂੰ, ਇਹ 5 ਜਾਂ 6 ਤੇਲਾਂ ਦਾ ਮਿਕਸਚਰ ਆ। ਠੀਕ ਆ। ਪਲੱਸ ਇਹਦੇ ਵਿੱਚ ਅਸੀਂ ਮੋਰਿੰਗਾ ਪਾਇਆ ਹੋਇਆ, ਸੁਹੰਜਣਾ ਜਿਹਨੂੰ ਕਹਿੰਦੇ ਆ, ਤੇ ਮਿਨਰਲਸ ਔਰ ਵਿਟਾਮਿਨਸ ਨੇ। ਇਹ ਦੇਣਾ ਕਿੰਨਾ? ਸਿਰਫ 50 ml। 50 ml ਸਿਰਫ 50 ml ਡੇਲੀ ਦਾ ਦੇ ਸਕਦੇ ਹੋ ਲਗਾਤਾਰ। ਗਰਮੀ ਸਰਦੀ ਦਾ ਕੋਈ ਨਹੀਂ, ਸਿਰਫ 50 ml ਬਹੁਤ ਘੋੜੇ ਲਈ ਛੋਟੀ ਡੋਜ਼ ਹੁੰਦੀ ਆ, ਪਰ ਇਹ ਕੰਮ ਬਹੁਤ ਕਰਦਾ। ਹੁਣ ਇਹ ਤੇ ਜਿਹੜੇ ਆਪਾਂ ਬੈਨੀਫਿਟ ਸਾਰੇ ਲਿਖੇ ਹੋਏ ਨੇ, ਜਿਵੇਂ ਆਮ ਘੋੜਿਆਂ ਨੂੰ, ਜਿਵੇਂ ਤੁਸੀਂ ਕਹਿ ਲਓ ਵੀ ਜੋੜਾਂ ਦੀ ਪ੍ਰੋਬਲਮ ਆਉਂਦੀ ਆ ਜਾਂ ਗਠੀਆ ਜਾਂ ਆਰਥਰਾਈਟਿਸ ਦੀ ਪ੍ਰੋਬਲਮ, ਉਹਦੇ 'ਚ ਬਹੁਤ ਕੰਮ ਕਰਦਾ। ਜਿਹੜੇ ਸਾਡੇ ਸਾਹ ਨੇ, ਉਹਨਾਂ ਦੇ ਵਿੱਚ ਸਪਰਮ ਕੁਆਲਿਟੀ ਬਹੁਤ ਵਧਾਉਂਦਾ ਹੈ। ਠੀਕ ਆ। ਤੇ ਉਸ ਤੋਂ ਬਿਨਾਂ ਜਿਵੇਂ ਆ ਹਰੇਕ ਨੂੰ ਹੁੰਦਾ ਵੀ ਮੇਰੇ ਘੋੜੇ ਦੀ ਚਮੜੀ 'ਚ ਚਮਕ ਆਵੇ, ਹਾਂਜੀ, ਇਹਦੇ ਨਾਲ ਤੁਸੀਂ ਦੇਖੋਗੇ ਵੀ ਜੇ ਤੁਸੀਂ ਇਹਨੂੰ 2 ਜਾਂ 3 ਹਫ਼ਤੇ ਵਰਤਦੇ ਹੋ, ਤੁਹਾਨੂੰ ਤੁਹਾਡਾ ਜਾਨਵਰ ਦਾ ਜਿਹੜਾ ਸਰੀਰ ਹੈ, ਪਿੰਡਾ ਆਪੇ ਦੱਸਣ ਲੱਗ ਜਾਂਦਾ। ਉਸ ਤੋਂ ਬਿਨਾ ਆਮ ਜਿਹੜੇ ਹੈਗੇ ਆ ਲੋਕ, ਜਿਵੇਂ ਬਾਹਰ ਕੀ ਕਰਦੇ ਆ, ਆਪਣੇ ਤਾਂ ਖੈਰ ਘੱਟ ਆ, ਜਾਂ ਸਾਊਥ ਦੀਆਂ ਸਟੇਟਾਂ ਜਗ੍ਹਾ ਤੇ ਮੱਛੀ ਦਾ ਤੇਲ ਦੇ ਦਿੰਦੇ ਆ। ਇੱਕ ਚੀਜ਼ ਮੈਂ ਤੁਹਾਨੂੰ ਸਪਸ਼ਟ ਦੱਸਦਾ ਵੀ ਘੋੜੇ ਨੂੰ ਜਿਹੜੀ ਚੀਜ਼ ਜਾਨਵਰਾਂ ਤੋਂ ਮਿਲਦੀ ਆ, ਕਦੇ ਨਹੀਂ ਦੇਣੀ, ਕਿਉਂਕਿ ਛੱਕ ਹਰੀ ਜਾਂਦਾ। ਹਾਂਜੀ, ਬਹੁਤ ਲੋਕ ਦੁੱਧ ਦਿੰਦੇ ਆ ਨਾ, ਘੋੜੇ ਦੇ ਅੰਦਰ ਕੋਈ ਐਂਜ਼ਾਈਮ ਹੀ ਨਹੀਂ ਜਿਹੜਾ ਦੁੱਧ ਹਜਮ ਕਰ ਸਕੇ। ਹਾਂ, ਜਿਹੜੀ ਆਪਾਂ ਪਹਿਲਾਂ ਕੀੜਿਆਂ ਦੀ ਗੱਲ ਕਰਦੇ ਸੀ ਨਾ, ਉਹਨਾਂ 'ਚ ਬੜਾ ਕਾਰਨ ਕੀੜਿਆਂ ਦਾ ਇਹ ਵੀ ਆ, ਜਿਹੜੇ ਲੋਕ ਘੋੜੇ ਨੂੰ ਦੁੱਧ ਦਿੰਦੇ ਆ, ਦੇਸੀ ਘਿਓ ਦਿੰਦੇ ਹੋ ਤੁਸੀਂ, ਦੇਸੀ ਨੂੰ ਡਾਲਡਾ ਘਿਓ ਦੇ ਰਹੇ ਹੋ, ਉਹਦੇ ਰਿਜ਼ਲਟ 4 ਗੁਣਾ ਵੱਧ ਆਉਣਗੇ। ਕਿਉਂਕਿ ਉਹ ਬਨਸਪਤੀ ਆ। ਤੇ ਓਕਣੇ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ, ਉਹਦਾ ਸਾਈਡ ਇਫੈਕਟ ਕੋਈ ਨਹੀਂ, ਕਿਉਂਕਿ ਸਾਰਾ ਹੀ ਇਹ ਕਹਿ ਲਓ ਨੈਚੁਰਲ ਚੀਜ਼ਾਂ ਦਾ ਬਣਿਆ ਹੋਇਆ। ਜੇ ਜਾਨਵਰ ਤੁਹਾਡਾ ਕੋਈ ਤੁਸੀਂ ਭਜਾਉਨੇ ਹੋ ਜਾਂ ਹੋਰ ਤਿਆਰ ਕਰਦੇ ਹੋ, ਉਹਦਾ ਸਪੀਡ, ਸਟੈਮਿਨਾ, ਸਟਰੈਂਥ ਆ ਜਿਹੜੀ ਇਹ ਵਧਾਉਂਦਾ। ਆਮ ਲੋਕਾਂ ਨੂੰ ਕੀ ਹੁੰਦਾ ਵੀ ਸਾਡੇ ਘੋੜੇ ਦੀ ਹਾਈਟ ਵਧੇ। ਹਾਈਟ ਤਾਂ ਦੇਖੋ ਦੁਨੀਆ 'ਚ ਕੋਈ ਚੀਜ਼ ਵਧਾ ਨਹੀਂ ਸਕਦੀ, ਪਰ ਇੱਕ ਗਰੋਥ ਹੁੰਦੀ ਆ ਵੀ ਜੇ ਮੰਨ ਲਓ ਇਹਨੇ 62 ਇੰਚ ਜਾਣਾ ਸੀ, ਉਹ 62 ਇੰਚ ਚਲੇ ਜਾਵੇ, ਉਹਦੇ 'ਚ ਕੰਮ ਕਰਦਾ। ਮਤਲਬ ਜਿੰਨਾ ਵਧਣਾ ਉਹਨਾਂ ਵਧਣਾ। ਹੁਣ ਤੁਸੀਂ ਜਿਵੇਂ ਪਹਿਲਾ ਸਵਾਲ ਕੀਤਾ ਸੀ ਨਾ, ਫੈਟ ਕਿੰਨੀ ਚਾਹੀਦੀ ਆ? ਫੈਟ ਘੋੜੇ ਨੂੰ ਜਿਹੜੀ ਚਾਹੀਦੀ ਹੁੰਦੀ ਆ, ਉਹ ਓਮੇਗਾ ਫੈਟੀ ਐਸਿਡ ਦੇ ਰੂਪ 'ਚ ਚਾਹੀਦੀ ਹੁੰਦੀ ਆ, ਪ੍ਰੋਟੀਨ ਚਾਹੀਦੀ ਹੁੰਦੀ ਆ ਅਮਾਈਨੋ ਐਸਿਡ ਦੇ ਵਿੱਚ। ਇਹਦੇ ਵਿੱਚ ਤੁਹਾਨੂੰ 3 ਤਰ੍ਹਾਂ ਦੇ ਓਮੇਗਾ ਫੈਟੀ ਐਸਿਡਸ ਮਿਲਣਗੇ। ਆਮ ਓਮੇਗਾ 3 ਜਾਂ ਓਮੇਗਾ 6 ਮਿਲਦੇ ਆ, ਇਹ 'ਚ ਓਮੇਗਾ 9 ਵੀ ਆ। ਤੇ ਹੁਣ ਮੈਨੂੰ ਇਹ ਵੀ ਦੱਸ ਦਿਓ ਵੀ ਇਹ ਕਿੰਨੇ ਰੁਪਈਆਂ ਦਾ ਮਿਲਦਾ? ਇਹ ਜੀ 2750 ਦਾ 5 ਲੀਟਰ ਆ। 2750 ਦਾ 5 ਲੀਟਰ, ਤੇ 5 ਲੀਟਰ ਇੱਕ ਘੋੜੇ ਨੂੰ ਕਿੰਨੇ ਚਿਰ ਚ? ਦੇਖੋ 50 ml ਆ, ਜੇ 1 ਲੀਟਰ 20 ਦਿਨ ਚੱਲਦਾ ਘੋੜੇ ਨੂੰ। 1 ਲੀਟਰ 20 ਦਿਨ ਚੱਲੂ, 100 ਦਿਨ, 1.5 ਲੀਟਰ ਲੱਗਦਾ ਮਹੀਨੇ ਦਾ। 1 ਲੀਟਰ ਦਾ ਮਹੀਨਾ ਨਾ, ਯਾਨੀ ਇੱਕ ਕੈਨ 100 ਦਿਨ ਚੱਲਣੀ ਆ ਤੁਹਾਡਾ। ਇੱਕ ਕੈਨ 5 ਲੀਟਰ ਵਾਲੀ। ਠੀਕ। ਇਹ ਸਾਡੇ ਕੋਲੇ 2 ਲੀਟਰ 'ਚ ਵੀ ਅਵੇਲੇਬਲ ਹੈਗਾ ਜੀ। ਠੀਕ ਹੈ, ਜਿੰਦਾ ਤਕਰੀਬਨ ਆਪਾਂ ਕਹਿ ਲਈਏ ਵੀ 800-900 ਰੁਪਈਆ ਮਹੀਨਾ ਪੈਂਦਾ ਹੈ।
ਹੁਣ ਅੱਗੇ ਆ ਗਿਆ ਤੁਹਾਡਾ ਗੱਟਾ ਪਿਆ। ਹਾਂਜੀ, ਇਹ ਫੀਡ ਬਾਰੇ ਤਾਂ ਆਪਾਂ ਪਹਿਲਾਂ ਗੱਲ ਕਰੇ ਲਈ ਵੀ ਅਸੀਂ 3 ਤਰ੍ਹਾਂ ਦੀ ਫੀਡਾਂ ਬਣਾਉਂਦੇ ਆ, ਸਟਾਰਟਰ ਆ, ਗਰੋਅਰ ਆ ਤੇ ਡਾਲਟਾ। ਠੀਕ ਹੈ ਜੀ। ਪਰ ਸਾਡੇ ਹਰ ਇੱਕ ਘਰ ਦੇ ਵਿੱਚ ਜਿਹੜਾ ਘੋੜਾ ਰੱਖਿਆ ਹੁੰਦਾ ਉਹ ਅਸੀਂ ਉਹ ਤੋਂ ਕੋਈ ਨਾ ਕੋਈ ਕੰਮ ਲੈਂਦੇ ਆ। ਘੋੜੀ ਤੋਂ ਅਸੀਂ ਬੱਚੇ ਲੈਂਦੇ ਆ, ਘੋੜੇ ਦੀ ਸਵਾਰੀ ਕਰਦੇ ਆ, ਠੀਕ ਹੈ ਜੀ, ਜਾਂ ਸਾਡੇ ਕੋਲ ਬੱਚੇ। ਇਸ ਕਰਕੇ ਸਾਡੀਆਂ ਫੀਡਾਂ ਦੀ ਜਿਹੜੀ ਜ਼ਿਆਦਾ ਲਾਗਤ ਆ ਉਹ 2 ਦੀ ਹੈ, ਗਰੋਅਰ ਦੀ। ਕਿਉਂਕਿ ਜਿਹੜੀ ਗਰੋਅਰ ਫੀਡ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਵਧਣ ਵਾਲੇ ਘੋੜਿਆਂ ਦੀ, ਗੱਭਣ ਮਾਵਾਂ ਦੀ, ਦੁੱਧ ਪਿਆਉਂਦੀਆਂ ਮਾਵਾਂ ਦੀ, ਜਾਂ ਸਾਡੇ ਘਰੇ ਕੋਈ ਸਾਨ ਰੱਖਿਆ ਹੋਇਆ, ਜਾਂ ਸਾਡੇ ਘਰੇ ਕੋਈ ਇਹੋ ਜਿਹਾ ਘੋੜਾ ਜਿਹਨੂੰ ਅਸੀਂ ਭਜਾਉਂਦੇ ਆ ਜਾਂ ਸਵਾਰੀ ਕਰਦੇ ਆ, ਉਹਦੀ ਪ੍ਰੋਟੀਨ ਰਿਕੁਆਇਰਮੈਂਟ ਗਰੋਅਰ ਵਾਲੀ ਹੁੰਦੀ ਆ। ਇਸ ਕਰਕੇ ਉਹਨੂੰ ਗਰੋਅਰ ਫੀਡੇ ਪੈਣੀ ਆ। ਠੀਕ ਹੈ ਜੀ। ਤੇ ਕਈ ਬੰਦੇ ਰੇਵਗੇ ਤੇ ਹਾਂ, ਕੋਈ ਚਾਲ ਚੱਲਦਾ ਜੀ, ਸਪੀਡਾਂ ਤੇ ਲੱਗੇ। ਹਾਂਜੀ, ਕੋਈ ਆ, ਉਹਨੂੰ ਗਰੋਅਰ ਫੀਡੇ ਪਊਗੀ। ਗਰੋਅਰ ਫੀਡ ਪਊਗੀ, ਮਤਲਬ ਜ਼ਿਆਦਾ ਚਾਹੀਦਾ। ਹਾਂਜੀ, ਉਹ ਆ ਕੀ ਆ? ਇਹ ਹੈਗਾ ਜੀ ਹੂਫ ਆਇਲ ਜੀ, ਘੋੜੇ ਦੇ ਸੁੰਮਾਂ ਤੇ ਲਾਉਣ ਲਈ ਤੇਲ ਜੀ। ਹੁਣ ਦੇਖੋ, ਘੋੜੇ ਦੇ ਵਿੱਚ ਆਪਾਂ ਪੇਟ ਦੀ ਤਾਂ ਗੱਲ ਕਰ ਲਈ ਵੀ ਪੇਟ ਬਹੁਤ ਜ਼ਰੂਰੀ ਆ, ਪਰ ਉਹ ਤੋਂ ਬਿਨਾਂ 2 ਚੀਜ਼ਾਂ ਘੋੜੇ 'ਚ ਹੋਰ ਬਹੁਤ ਜ਼ਰੂਰੀ ਨੇ। ਘੋੜੇ ਦੇ ਸੁੰਮ, ਜੀ, ਘੋੜੇ ਨੂੰ ਆਪਾਂ ਕਹਿੰਦੇ ਆ ਵੀ ਲੈਮਨਾਈਟਸ ਹੋ ਗਿਆ। ਜੀ ਜੀ ਜੀ, ਠੀਕ ਆ, ਪ੍ਰੋਬਲਮ ਹੈਗੀ ਆ। ਦੇਖੋ, ਉਹ ਕਦੇ ਫੇਰ ਮੌਕਾ ਮਿਲਿਆ, ਲੈਮਨਾਈਟਸ ਦੇ ਕਈ ਕਾਰਨ ਹੁੰਦੇ ਆ, ਪਰ ਇੱਕ ਕਾਰਨ ਕੀ ਆ, ਜਦ ਉਹਦੇ ਸੁੰਮ ਪ੍ਰੋਪਰ ਨਹੀਂ ਹੈਗੇ, ਸੁੰਮ ਸੁੱਕ ਜਾਂਦੇ ਆ, ਤੁਸੀਂ 6 ਹਫ਼ਤਿਆਂ ਦੇ ਬਾਅਦ ਉਹਦੇ ਪੈਰ ਨਹੀਂ ਬਣਾਉਂਦੇ। ਠੀਕ ਆ, ਉਹਨੂੰ ਖੁਰਾਕ ਦੀ ਤਾਂ ਆਪਾਂ ਗੱਲ ਕਰ ਲਈ ਵੀ ਖੁਰਾਕ ਗਲਤ ਪਾਉਂਦੇ, ਉਹ ਪੈਰਾਂ ਦੇ ਪ੍ਰਭਾਵ ਪਾਉਂਦਾ। 2 ਚੀਜ਼ਾਂ ਘੋੜੇ ਦੀਆਂ ਬਹੁਤ ਜ਼ਰੂਰੀ ਨੇ ਪੇਟ ਤੋਂ ਬਿਨਾਂ, ਉਹਦੇ ਦੰਦ ਤੇ ਉਹਦੇ ਪੈਰ। ਤੁਸੀਂ ਦੰਦਾਂ ਦਾ ਜਿਹੜਾ ਹੈਗਾ ਘੱਟੋ ਘੱਟ 6 ਮਹੀਨੇ ਬਾਅਦ ਉਹਦੇ ਦੰਦ ਚੈੱਕ ਕਰਾਓ। ਪਰ ਸਾਡੀ ਤਰਾਸਦੀ ਕੀ ਹੈ ਵੀ ਸਾਡੇ ਪੰਜਾਬ ਦੇ ਵਿੱਚ ਕੋਈ ਦੰਦਾਂ ਦਾ ਚੈੱਕ ਕਰਨ ਵਾਲਾ ਹੈ ਹੀ ਨਹੀਂ। ਹਾਂਜੀ, ਉਹਦੇ ਵਿੱਚ ਹੁੰਦਾ ਕੀ ਆ ਵੀ ਘੋੜੇ ਦੇ ਜਿਵੇਂ ਉਹ ਰੇਤੀ ਫੇਰਦੇ ਨੇ ਜਾਂ ਹੋਰ ਕਰਦੇ ਆ, ਕਿਉਂਕਿ ਘੋੜਿਆਂ ਦੇ ਵਿੱਚ ਬੰਨ ਦਾ ਇੱਕ ਬੜਾ ਕਾਰਨ ਉਹਦੇ ਦੰਦਾਂ ਦੀ ਪ੍ਰੋਬਲਮ ਵੀ ਆ। ਕਿਉਂਕਿ ਉਮਰ ਦੇ ਹਿਸਾਬ ਨਾਲ ਦੰਦ ਐਵੇਂ ਹੋਈ ਜਾਂਦੇ ਇਹਨੂੰ ਚਿੱਥਵੇਂ ਹਟ ਜਾਂਦੇ। ਦੇਖੋ ਵੀਰ ਜੀ, ਜਿਹੜਾ ਘੋੜਾ ਅਸਲ ਦੇ ਵਿੱਚ ਉਹਨੂੰ ਅਸੀਂ ਇਹ ਫੀਡਾਂ ਵਗੈਰਾ ਤੇ ਲਾ ਲਿਆ, ਪਰ ਘੋੜਾ ਅਸਲ ਤਾਂ ਘਾਹ ਖਾਣ ਵਾਲਾ ਜੀਵ ਸੀ, ਚੁੱਕ ਕੇ ਖਾਂਦਾ ਸੀਗਾ। ਅਸੀਂ ਉਹਦਾ ਡਾਈਟ ਪੈਟਰਨ ਚੇਂਜ ਕਰਤਾ ਤਾਂ ਉਹਦੇ ਦੰਦਾਂ ਦੀ ਕਸਾਈ ਵੀ ਬਦਲ ਗਈ ਨਾ। ਫਿਰ ਤੁਸੀਂ ਉਹ ਰੇਤੀ ਜਦ ਫੇਰਦੇ ਆ ਜਾਂ ਹੋਰ ਜਿਹੜੇ ਪ੍ਰੋਸੀਜਰ ਕਰਦੇ ਆ ਡੈਂਟਲ, ਉਹ 6 ਮਹੀਨੇ ਬਾਅਦ ਕਰਾਉਣੇ ਚਾਹੀਦੇ ਨੇ ਤਾਂ ਕਿ ਘੋੜੇ ਨੂੰ ਤੁਹਾਡੇ ਨੂੰ ਦੰਦਾਂ ਦੀ ਪ੍ਰੋਬਲਮ ਨਾ ਆਵੇ। ਕਿਉਂਕਿ ਦੰਦਾਂ ਦੀ ਤੇ ਪੈਰਾਂ ਦੀ ਪ੍ਰੋਬਲਮ ਇਹੋ ਜਿਹੀ ਹੈ ਜਿਹੜੀ ਘੋੜੇ ਨੂੰ ਮਾਰ ਦਿੰਦੀ ਆ। ਮੈਂ ਨਾ ਆਪਣੇ ਤੌਰ ਤੇ ਇੱਕ ਵਿਚਾਰਧਾਰਾ ਦਾ ਧਾਰਨੀ ਆ ਘੋੜੇ ਬਾਰੇ ਕਿ ਘੋੜੇ ਨੂੰ ਜ਼ਰੂਰ ਕੋਈ ਨਾ ਲੱਕੜ ਦੀ ਇੱਕ, ਮੈਂ ਤਾਂ ਕਹਿੰਦਾ ਵੀ ਇੱਕ ਨਾ ਫੱਟੀ ਜੀ ਜ਼ਰੂਰ ਕਰ ਦੇਵੇ, ਜੀ ਤੇ ਘੋੜਾ ਲਗਾਤਾਰ ਦੰਦ ਬਰਕਾਂ ਵੱਢਦਾ ਰਵੇ, ਜਿਹਦੇ ਨਾਲ ਦੰਦ ਮਾੜੇ ਮੋਟੇ ਉਹਦੇ ਸੈੱਟ ਰਹਿਣ। ਵੀ ਨਹੀਂ, ਆਮ ਤੌਰ ਤੇ ਦੇਖੋ ਘੋੜਾ ਆਪਦਾ ਟ੍ਰੀਟਮੈਂਟ ਕਰਨ ਦੀ ਕੋਸ਼ਿਸ਼ ਕਰਦਾ। ਜਦੋਂ ਆਪਾਂ ਨਾ ਘੋੜੇ ਨੂੰ ਕਿਸੇ ਲੱਕੜ ਵਾਲੀ ਚੀਜ਼, ਲੋਹੇ ਦੀ ਪੈਪ ਨੂੰ ਮੂੰਹ ਪਾਉਂਦਾ ਹੋਵੇ ਤਾਂ ਉਹਨੂੰ ਮਤਲਬ ਆਪਦੇ ਦੰਦਾਂ ਨੂੰ ਰੇਤਦਾ, ਪਰ ਆਪਾਂ ਕਹਿੰਦੇ ਆ ਕਿ ਨਾ ਰੇਤੇ, ਘਰੇ ਨਾ, ਵੀ ਉਹ ਜ਼ਰੂਰੀ ਆ ਉਹਦੇ ਵਾਸਤੇ। ਤੇ ਦੂਸਰਾ ਜਿਹੜਾ ਇਹ ਹੂਫ ਆਇਲ ਆ, ਜਿਹੜਾ ਆਪਾਂ ਸੁੰਮਾਂ ਤੇ ਲਾਉਣਾ, ਇਹਨੂੰ ਸੁੰਮ ਦੇ ਉੱਤੇ ਵੀ ਲਾਓ, ਥੱਲੇ ਵੀ ਲਾਓ। ਇੱਕ ਇਹਦੀ ਤੁਹਾਨੂੰ ਵਿਲੱਖਣ ਚੀਜ਼ ਦੱਸਦਾ ਮੈਂ। ਆਮ ਤੁਹਾਨੂੰ ਵੀ ਲੋਕ ਪੁੱਛਦੇ ਹੋਣਗੇ ਜਾਂ ਡਾਕਟਰਾਂ ਨੂੰ ਪੁੱਛਦੇ ਆ ਵੀ ਸਾਡੇ ਘੋੜੇ ਦਾ ਸੁੰਮ ਬੜਾ ਕਰਦੇ। ਮੈਂ ਲਿਖ ਕੇ ਦੇਣਾ, ਇਹਨੂੰ 15 ਦਿਨ ਲਾਓ ਤੁਸੀਂ। 15 ਦਿਨ ਬਾਅਦ ਤੁਹਾਡਾ ਘੋੜੇ ਦਾ ਕਿਸੇ ਏਜ ਦੇ ਵਿੱਚ ਤੁਹਾਨੂੰ ਸੁੰਮ ਆਪ ਦੱਸੂਗਾ। ਮੈਨੂੰ ਬਾਕੀ ਹੂਫ ਆਇਲਾਂ ਦਾ ਪਤਾ ਨਹੀਂ, ਇਹਨੂੰ ਲਾਓ। ਬੜੇ ਸਸਤੇ ਰੇਟ ਦੇ ਵਿੱਚ ਆ ਬਚਾਅ ਦੇ ਕੰਪੈਰੀਟਿਵ। ਇਹ ਅਸੀਂ ਅੱਧੇ ਲੀਟਰ 'ਚ ਵੀ ਦਿੰਦੇ ਆ, ਲੀਟਰ 'ਚ ਵੀ ਦਿੰਦੇ ਆ। ਅੱਧੇ ਲੀਟਰ ਦੇ ਵਿੱਚ ਇਹਦੀ ਕੀਮਤ 750 ਆ, ਲੀਟਰ ਦੇ ਵਿੱਚ ਇਹ 1450 ਦਾ। ਠੀਕ ਹੈ ਜੀ। ਠੀਕ ਹੈ, ਤੁਸੀਂ ਇੱਕ ਦਿਨ ਛੱਡ ਕੇ ਲਾ ਲਓ ਪਹਿਲਾਂ ਜਾਂ ਹਫ਼ਤੇ 'ਚ 3 ਵਾਰ ਲਾ ਲਓ। ਉਸ ਤੋਂ ਬਾਅਦ ਤੁਸੀਂ ਹਫ਼ਤੇ 'ਚ 2 ਵਾਰ ਲਾਓ। ਜਿਹੜੀ ਆਪਾਂ ਲੂਬਰੀਕੇਸ਼ਨ ਕਹਿੰਦੇ ਆ ਨਾ, ਤੁਸੀਂ ਇਹ ਲਾਇਆ ਹੋਊਗਾ, ਤੀਜੇ ਦਿਨ ਵੀ ਤੁਹਾਡੇ ਘੋੜੇ ਦੇ ਸੁੰਮ ਚਮਕਦੇ ਹੋਣਗੇ। ਠੀਕ ਹੈ। ਤੇ ਜਿੰਨੇ ਫੈਰੀਅਰ ਨੇ, ਜਿਨ੍ਹਾਂ ਨੂੰ ਮੈਂ ਇਹ ਜਾਨੀ ਦਿੱਤਾ ਜਾਂ ਜਿਹੜੇ ਵਰਤਦੇ ਆ, ਉਹਨਾਂ ਨੂੰ ਪੁੱਛ ਕੇ ਦੇਖ ਲਿਓ ਤੁਸੀਂ, ਜਾਂ ਉਹਨਾਂ ਨੂੰ ਪਤਾ ਹੀ ਆ, ਸੁੰਮ ਕੋਈ ਚੀਜ਼ ਨਹੀਂ ਵਧਾਉਂਦੀ। ਠੀਕ ਆ, ਇਹ ਖੁਰਾਕ ਪਾਈ ਵੀ ਸੁੰਮ ਨਹੀਂ ਵਧਾਊਗੀ, ਕਿਉਂਕਿ ਸੁੰਮਾਂ ਦੀ ਅਨਾਟਮੀ ਡਿਫਰੈਂਟ ਆ, ਉਹਦੀ ਫਿਜ਼ੀਓਲੋਜੀ ਡਿਫਰੈਂਟ ਆ, ਸੁੰਮਾਂ ਦੀ ਖੁਰਾਕ ਡਿਫਰੈਂਟ ਆ। ਕਿਉਂਕਿ ਸੁੰਮ ਤਾਂ ਇੱਕ ਜਿਉਂਦੀ ਜਾਗਦੀ ਚੀਜ਼ ਤਾਂ ਹੈ ਨਹੀਂ, ਤਾਂ ਆਪਣੇ ਨੋਹਾਂ ਵਾਂਗੂ ਲਾਹੀ ਜਾਂਦੇ ਹੋ। ਇਹਦੀ ਤੁਸੀਂ ਮਾਲਿਸ਼ ਕਰੋ, ਉੱਪਰੋਂ ਵੀ ਕਰੋ, ਥੱਲਿਓਂ ਵੀ ਕਰੋ, ਪ੍ਰੋਪਰ ਪੈਰ ਬਣਾਓ, ਤੁਹਾਨੂੰ 2 ਜਾਂ 3 ਹਫ਼ਤਿਆਂ ਬਾਅਦ ਸੁੰਮਾਂ ਦੀ ਗਰੋਥ ਦੱਸੂਗੀ। ਕਿਉਂਕਿ ਪਤਾ ਚੱਕਰ ਕੀ ਹੈ ਵੀ ਘੋੜਾ ਇੱਕ ਜੰਗਲੀ ਸੀ, ਜੰਗਲ ਦੇ ਵਿੱਚ ਉਹ ਗਿੱਲੇ ਤੇ ਵੀ ਰਹਿੰਦਾ ਸੀ, ਘਾਹ ਤੇ ਵੀ ਰਹਿੰਦਾ ਸੀ, ਉਹਨੂੰ ਨਮੀ ਵੀ ਚਾਹੀਦੀ ਆ ਉਹਦੇ ਸੁੰਮ ਨੂੰ। ਹੁਣ ਆਪਾਂ ਕੀ ਸੁੱਕੇ ਤੇ ਬੰਦਾ ਸਿੱਟਿਆ ਤੇ ਉਹਨੂੰ ਉਹ ਚੀਜ਼ ਹੀ ਨਹੀਂ ਮਿਲਦੀ। ਇਹ ਨਾ ਦੇਖੋ, 2 ਤਰ੍ਹਾਂ ਦੇ ਜਾਨਵਰ ਹੁੰਦੇ ਨੇ ਸੁੰਮਾਂ ਦੇ ਹਿਸਾਬ ਨਾਲ ਵੀ, ਜਿਨ੍ਹਾਂ ਨੂੰ ਅਸੀਂ ਈਵਨ ਆ ਰੋਡ 'ਚ ਕਰਦੇ ਆ। ਕੁਛ ਆਪਣੇ ਵਜਨ ਕਿਸੇ ਹਿਸਾਬ ਨਾਲ ਰੱਖਦੇ ਆ, ਕੁਛ ਜਿਵੇਂ ਇਹਦੇ ਪੈਰਾਂ ਦੀ, ਜਿਵੇਂ ਇਹਦੇ ਵੀ ਉਂਗਲਾਂ ਹੀ ਹੁੰਦੇ ਨੇ, ਆਪਾਂ ਵਿੱਚ ਦੇਖਦੇ ਆ। ਕੁਛ 2 ਤੇ ਵਜਨ ਲੈਂਦੇ ਆ, ਕੁਛ 3 ਤੇ ਲੈਂਦੇ ਆ। ਮੱਝਾਂ ਗਾਵਾਂ ਨੇ ਜਿਹੜੀਆਂ 3 ਤੇ ਵਜਨ ਲੈਂਦੀਆਂ ਨੇ, ਘੋੜਾ, ਖੱਚਰ, ਗਧਾ ਇਹ 2 ਤੇ ਲੈਂਦੇ ਆ। ਇਸ ਕਰਕੇ ਇਹਦੇ ਸੁੰਮਾਂ ਦੀ ਜਿਹੜੀ ਸੰਭਾਲ ਆ ਉਹ ਬਾਕੀ ਜਾਨਵਰਾਂ ਨਾਲੋਂ ਥੋੜੀ ਵੱਧ ਜਾਂਦੀ ਆ। ਤੇ ਬਹੁਤ ਜ਼ਿਆਦਾ ਜਿਹੜੀਆਂ ਇਹਦੀਆਂ ਬਿਮਾਰੀਆਂ ਨੇ ਉਹ ਪੈਰਾਂ ਤੋਂ ਹੀ ਸਟਾਰਟ ਹੁੰਦੀਆਂ। ਇਹ ਇੱਕ ਲੇਅਰ ਬਣਾ ਦੂਗਾ ਉੱਤੇ ਤੁਹਾਡੇ, ਜਿਵੇਂ ਹੁਣ
ਬਰਸਾਤੀ ਮੌਸਮ ਹੋਣਾ ਪੈਰ ਖਰਾਬ ਨਹੀਂ ਹੋਊਗਾ ਜੀ। ਇਹਦੀ ਹੈਗੀ ਹੂਫ ਆਇਲ ਦੀ ਰੇਟ ਵੀ ਮੈਂ ਤੁਹਾਨੂੰ ਦੱਸਤਾ। ਤੇ ਆਹ ਵਾਂਟੇਜ ਇਹ ਆ ਜਿਹੜਾ ਜਿਵੇਂ ਆਪਾਂ ਪਹਿਲਾਂ ਉਹ ਭੇਡਾਂ ਬੱਕਰੀਆਂ ਦਾ ਬੂਸਟਰ ਸੀ, ਇਹ ਘੋੜਿਆਂ ਦਾ ਬੂਸਟਰ ਆ। ਠੀਕ ਹੈ ਜੀ। ਠੀਕ ਆ, ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਉਹ ਜਗਾਲੀ ਕਰਦੇ ਨੇ ਜਾਨਵਰ, ਜਿਹੜੇ ਛੋਟੇ ਜਾਨਵਰ ਨੇ ਭੇਡ ਬੱਕਰੀ, ਉਹਦੇ ਲਈ ਆ। ਇਹ ਘੋੜਿਆਂ ਦਾ ਬੂਸਟਰ ਆ। ਤੁਹਾਨੂੰ ਬਾਜ਼ਾਰ ਦੇ ਵਿੱਚ ਘੋੜਿਆਂ ਦੇ ਮਿਨਰਲ ਮਿਕਸਚਰ ਬੜੇ ਮਿਲ ਜਾਂਦੇ ਆ ਜੀ। ਤੇ ਜੇ ਕੋਈ ਹੋਰ ਚੀਜ਼ ਲਈ ਤੁਹਾਨੂੰ ਚਾਹੀਦਾ, ਬੜੇ ਮਹਿੰਗੇ ਰੇਟ 'ਚ ਮਿਲਦੇ ਆ। ਨਹੀਂ ਫਿਰ ਠੀਕ ਆ। ਜੇ ਆ ਜਾਂਦੇ ਨਾ ਕੀ ਕਹਿੰਦੇ ਸਟੀਰੋਇਡ ਵਗੈਰਾ ਨਹੀਂ, ਉਹ ਦੇਖੋ ਸਟੀਰੋਇਡ ਇੱਕ ਵੱਖਰੀ ਚੀਜ਼ ਆ। ਸਟੀਰੋਇਡ ਤਾਂ ਕੋਈ ਖਰੀਦ ਹੀ ਨਹੀਂ ਸਕਦਾ ਹੈਗਾ, ਉਹ ਇੰਨੇ ਕਿ ਸਸਤੇ ਨਹੀਂ ਹੁੰਦੇ ਜੀ। ਹਾਂ, ਪਹਿਲੀ ਗੱਲ ਇੰਡੀਆ ਸਟੀਰੋਇਡ ਬੈਨ ਨੇ। ਜੇ ਉਹ ਮੰਗਾਉਂਦੇ ਨੇ ਤਾਂ ਕਿਸੇ ਨੇਪਾਲ ਜਾਂ ਹੋਰ ਰਾਹ ਬਣਾਉਂਦੇ ਹੋਣਗੇ। ਉਹ ਜਿਹੜੇ ਸਟੀਰੋਇਡ ਲੱਗੇ ਹੋਣਗੇ ਉਹ ਤੁਹਾਨੂੰ ਆਡੇ ਦੱਸ ਦੇਣਗੇ, ਉਹਦੀ ਉਮਰ ਵੀ ਕੋਈ ਬਾਹਲੀ ਲੰਮੀ ਨਹੀਂ ਹੁੰਦੀ ਜਿਹੜੇ ਜਾਨਵਰ ਸਟੀਰੋਇਡ ਲੱਗਦੇ ਆ। ਹੁਣ ਇਹਦੇ ਵਿੱਚ ਜਿਵੇਂ ਤੁਹਾਨੂੰ ਉਹਦਾ ਦੱਸਿਆ ਸੀ ਵੀ ਇਹਦੇ ਵਿੱਚ ਮਿਨਰਲ ਨੇ। ਦੇਖੋ ਇਹਦੇ ਮਿਨਰਲ ਇਨਟੇਕ ਤੇ ਇਹਦੀ ਜਾਨਵਰ ਦੀ ਮਿਨਰਲ ਇਨਟੇਕ, ਜਗਾਲੀ ਵਾਲੇ ਤੇ ਘੋੜੇ ਦੀ ਮਿਨਰਲ ਇਨਟੇਕ ਫਰਕ ਆ। ਇਹਨੂੰ ਦੋ ਚੀਜ਼ਾਂ ਜ਼ਹਿਰ ਕਰਦੀਆਂ ਨੇ। ਮੱਝ ਔਰ ਗਾਂ ਨੂੰ ਤੁਸੀਂ ਜ਼ਿੰਕ ਆ ਜਿਹੜਾ ਕਾਪਰ ਉਹ 5% ਤੱਕ ਪਾ ਸਕਦੇ ਆ। ਜੇ ਘੋੜੇ ਨੂੰ, ਹੁਣ ਇਹ ਪਤਾ ਕਿਉਂ ਕਹਿਣ ਲੱਗੇ ਆ, ਬਹੁਤੇ ਲੋਕ ਘੋੜਿਆਂ ਨੂੰ ਉਹੀ ਮਿਨਰਲ ਮਿਕਸਚਰ ਪਾਈ ਜਾਂਦੇ ਨੇ ਜਿਹੜਾ ਮੱਝਾਂ ਗਾਵਾਂ ਨੂੰ ਪੈਂਦਾ ਬਾਜ਼ਾਰ ਚੋਂ ਲੈ ਕੇ। ਪਰ ਇਹਦੇ ਮਿਨਰਲ ਮਿਕਸਚਰ ਵੱਖਰੇ ਹੁੰਦੇ ਆ। ਇਹਨੂੰ ਜਿਹੜਾ ਕਾਪਰ ਜਾਂ ਹੈਗਾ ਜ਼ਿੰਕ ਆ ਉਹ ਬਹੁਤ ਘੱਟ ਮਾਤਰਾ ਚਾਹੀਦਾ, 2%। ਮੱਝਾਂ ਗਾਵਾਂ ਨੂੰ 5% ਤੱਕ ਚਾਹੀਦਾ। ਇਹ 'ਚ ਮਾਈਕਰੋ ਮਿਨਰਲ ਵੀ ਨੇ, ਇਹ 'ਚ ਮੈਕਰੋ ਮਿਨਰਲ ਵੀ ਨੇ, ਇਹ 'ਚ ਵਿਟਾਮਿਨ ਵੀ ਨੇ। ਠੀਕ ਆ, ਵਿਟਾਮਿਨ ਆਮ ਜਿਹੜੇ ਤੁਸੀਂ A, D3 ਮਿਲਦੇ ਨੇ ਵਿਟਾਮਿਨ, ਇਹਦੇ ਵਿੱਚ ਤੁਹਾਨੂੰ C ਵੀ ਮਿਲੂਗਾ, B ਵੀ ਮਿਲੂਗਾ। ਠੀਕ ਆ, ਉਸ ਤੋਂ ਬਿਨਾਂ ਇਹ 'ਚ ਪ੍ਰੀ ਐਂਡ ਪ੍ਰੋਬਾਇਓਟਿਕਸ ਨੇ ਜਿਹੜਾ ਸਾਡਾ ਹਾਜ਼ਮਾ ਦਰੁਸਤ ਕਰਦੇ ਆ। ਸਟ੍ਰੈਸ ਬਸਟਰ ਨੇ। ਸਟ੍ਰੈਸ ਬਸਟਰ ਵੀ ਜਿਹੜਾ ਘੋੜਾ ਇਹੋ ਜਿਹਾ ਜਾਨਵਰ ਜਿਹੜਾ ਸਟ੍ਰੈਸ 'ਚ ਬਹੁਤ ਜਲਦੀ ਆਉਂਦਾ। ਯਾਨੀ ਪ੍ਰੋਫੈਸਰ ਸਾਡੇ ਕਹਿੰਦੇ ਹੁੰਦੇ ਸੀ ਵੀ ਘੋੜਾ ਤਾਂ ਇਹੋ ਜਿਹਾ ਜਾਨਵਰ ਆ ਵੀ ਇੰਨੀ ਛੇਤੀ ਸਟ੍ਰੈਸ ਲੈ ਜਾਂਦਾ ਵੀ ਉਹਦੇ ਮੰਨ ਲਓ ਤੁਸੀਂ ਅੱਖ 'ਚ ਕੋਈ ਦਵਾਈ ਪਾਈ, ਉਹਦੇ ਨਾਲ ਵੀ ਉਹਨੂੰ ਬੰਨ ਪੈ ਜਾਂਦਾ ਵੀ ਇੰਨਾ ਸੋਹਲ ਜਾਨਵਰ ਆ, ਸਟ੍ਰੈਸ ਇੰਨੀ ਛੇਤੀ ਲੈਂਦਾ। ਇਹ 'ਚ ਸਟ੍ਰੈਸ ਬਸਟਰਸ ਨੇ। ਫਿਰ ਇਹਦੇ ਵਿੱਚ ਜਿਵੇਂ ਆਪਣਾ ਸਪੀਡ, ਸਟੈਮਿਨਾ, ਸਟਰੈਂਥ ਆ, ਉਹ ਬੂਸਟ ਕਰਨ ਵਾਲੀਆਂ ਚੀਜ਼ਾਂ ਨੇ। ਤੇ ਓਮੇਗਾ ਫੈਟੀ ਐਸਿਡਸ ਨੇ, ਐਸੈਂਸ਼ੀਅਲ ਅਮਾਈਨੋ ਐਸਿਡਸ ਨੇ ਇਹਦੇ ਵਿੱਚ। ਉਸ ਤੋਂ ਬਿਨਾਂ ਡਾਈਜੈਸਟਿਵ ਐਂਜ਼ਾਈਮ ਨੇ ਇਹਦੇ ਵਿੱਚ। ਇਹ ਸਾਰਾ ਕੁਝ ਤੋਂ ਬਿਨਾਂ ਇਹਦੇ ਵਿੱਚ ਅਸੀਂ ਫਿਰ ਇਹ 'ਚ ਵੀ ਸੁਹੰਜਣਾ ਪਾਉਂਦੇ ਆ। 17 ਜਾਂ 18 ਚੀਜ਼ਾਂ ਦਾ ਕੰਬੀਨੇਸ਼ਨ ਆ। ਤੁਹਾਨੂੰ ਇਹਦੇ ਨਾਲ ਦਾ ਕੰਬੀਨੇਸ਼ਨ ਬਾਜ਼ਾਰ 'ਚ ਨਹੀਂ ਮਿਲੂਗਾ। ਬੜੇ ਸਸਤੇ ਰੇਟ ਤੇ ਜਿਹੜੇ ਬਾਜ਼ਾਰ 'ਚ ਮਿਲਦੇ ਆ ਉਹਨਾਂ ਨਾਲ ਕੰਪੈਰੀਟਿਵ, ਯਾਨੀ ਇੱਕ ਪਾਊਡਰ ਹੀ ਜਿਹੜਾ ਬੂਸਟਰ ਆ ਤੁਸੀਂ ਕਈ ਚੀਜ਼ਾਂ ਦੇ ਵਿੱਚ ਦੇ ਸਕਦੇ ਹੋ। ਤੇ ਇਹਦੀ ਕੀਮਤ ਵੀ 5 ਕਿਲੋ ਦੀ 2750 ਰੁਪਏ ਆ। 5 ਕਿਲੋ ਤੇ ਇਹ ਕਿੰਨਾ ਪੈਣਾ? ਇਹ ਦੇਖੋ ਜੀ, ਇਹ 50 ਗ੍ਰਾਮ, ਜਿਵੇਂ ਹੁਣ ਤੁਸੀਂ ਸਟਾਰਟ ਕਰਦੇ ਹੋ ਤੁਸੀਂ 100 ਗ੍ਰਾਮ ਰੋਜ਼ ਪਾ ਸਕਦੇ ਹੋ। ਤੇਲ ਜਿਹਾ ਹੀ ਪੈਣਾ। ਹਾਂ, ਤੇ ਇਹਨੂੰ ਰੋਜ਼ ਪਾ ਲਓਗੇ ਕੋਈ ਨੁਕਸਾਨ ਨਹੀਂ, ਇਹਦਾ ਕੋਈ ਸਾਈਡ ਇਫੈਕਟ ਨਹੀਂ। ਇਹਨੂੰ ਤੁਸੀਂ ਪਿੱਛੋਂ ਜਾ ਕੇ ਜਿਵੇਂ ਤੁਸੀਂ ਮੰਨ ਲਓ ਵੀ 3-4 ਮਹੀਨੇ ਲਗਾਤਾਰ ਜਾਂ 2-3 ਮਹੀਨੇ ਲਗਾਤਾਰ ਪਾ ਲਿਓ, ਉਦੋਂ 50 ਗ੍ਰਾਮ ਵੀ ਕਰ ਸਕਦੇ ਹੋ। ਜੇ ਇਹਨੂੰ ਤੁਸੀਂ 10-20 ਦਿਨ ਬੰਦ ਵੀ ਕਰ ਦੋਗੇ ਤਾਂ ਵੀ ਚੱਲ ਜਾਊਗਾ। ਠੀਕ ਆ। ਇਹ ਤੁਹਾਡੇ ਵਾਲੀ ਫੀਡ ਦੇ ਨਾਲ ਜੇ ਪਊਗਾ ਤਾਂ ਫਿਰ ਨਹੀਂ, ਕੋਈ ਜ਼ਰੂਰੀ ਨਹੀਂ ਹੈਗਾ, ਤੁਸੀਂ ਇਕੱਲਾ ਵੀ ਪਾ ਸਕਦੇ ਹੋ। ਜਿਹੜੀ ਸਾਡੀ ਫੀਡ ਆ ਤੁਹਾਨੂੰ ਉਹਦੀ ਕਦੀ ਵੱਖ ਗੱਲ ਦੱਸਦਾ, ਅਸੀਂ ਇਹਦੇ ਵਿੱਚ ਵੀ ਤੁਹਾਨੂੰ ਜੋ ਘੋੜੇ ਨੂੰ ਚਾਹੀਦਾ, ਜਿਵੇਂ ਤੁਹਾਨੂੰ ਆਪਾਂ ਕਾਰਬੋਹਾਈਡਰੇਟ, ਫੈਟ, ਪ੍ਰੋਟੀਨ, ਫਾਈਬਰ ਦੀ ਗੱਲ ਤਾਂ ਕਰ ਲਈ, ਅਸੀਂ ਇਹਦੇ ਵਿੱਚ ਵੀ ਵਿਟਾਮਿਨ ਔਰ ਮਿਨਰਲ ਤੁਹਾਨੂੰ ਪਾ ਕੇ ਦਿੰਦੇ ਆ। ਮਤਲਬ ਜੇ ਤੁਹਾਡੇ ਵਾਲੀ ਫੀਡ ਪਾਉਂਦਾ ਤਾਂ ਫਿਰ ਇਹਦਾ ਕੋਈ ਦਿੱਕਤ ਨਹੀਂ। ਦੇਖੋ, ਘੋੜੇ ਵਾਲਿਆਂ ਦੇ ਵਿੱਚ ਨਾ ਦੋ ਤਰ੍ਹਾਂ ਦੇ, ਇੱਕ ਤਾਂ ਘਰੇ ਆਮ ਜਾਨਵਰ ਖੜੇ ਨੇ, ਇੱਕ ਨੂੰ ਘੋੜੇ ਕਹਿੰਦੇ ਵੀ ਸ਼ੋਅ ਲਈ ਤਿਆਰ ਕਰਨਾ, ਜਾਂ ਸਾਡਾ ਜਾਨਵਰ ਬਾਕੀਆਂ ਨੂੰ ਵੱਖ ਦਿਖੇ, ਜਾਂ ਮੈਂ ਕਿਸੇ ਦੌੜ ਚਲਾਉਣਾ, ਰੀਵੀਆ ਚਲਾਉਣਾ, ਉਹਦੇ ਲਈ ਫਿਰ ਤੁਸੀਂ ਇਹਨੂੰ ਨਾਲ ਪਾਓਗੇ ਤਾਂ ਡੈਫੀਨੇਟਲੀ ਸੋਨੇ ਤੋਂ ਸੁਹਾਗਾ ਹੋਊਗਾ। ਮਤਲਬ ਕਹਿਣ ਤੋਂ ਭਾਵ ਵੀ ਥੋੜਾ ਐਕਸਟਰਾ ਉਹਨੂੰ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਕਦੇ ਵੀ, ਬਹੁਤ ਘੋੜੀਆਂ ਖਾਲੀ ਖੜੀਆਂ ਨੇ ਜੀ, ਬਹੁਤ ਘੋੜੇ ਨੇ ਜਿਨ੍ਹਾਂ ਕੋਲ ਘੋੜੀਆਂ ਖਾਲੀ ਮੁੜਦੀਆਂ ਨੇ ਜੀ। ਠੀਕ ਹੈ, ਉਹਦਾ ਕਾਰਨ ਕੀ ਆ ਵੀ ਸਪਰਮ ਕੁਆਲਿਟੀ ਨਹੀਂ ਬਣਦੀ ਜੀ। ਹੁਣ ਜੇ ਇੱਕ ਘੋੜੇ ਕੋਲ 7, 10 ਜਾਂ 9 ਘੋੜੀਆਂ ਇੱਕ ਹਫ਼ਤੇ ਜਾਂਦੀਆਂ ਨੇ, ਨੈਚੁਰਲੀ ਸਪਰਮ ਕੁਆਲਿਟੀ ਤੇ ਫਰਕ ਪਊਗਾ। ਤੁਸੀਂ ਇਹ ਨਾਲ ਚਲਾਓ, 100 ਗ੍ਰਾਮ ਰੋਜ਼ ਦਿਓ, ਤੁਹਾਡੀ ਸਪਰਮ ਕੁਆਂਟਿਟੀ ਹੈ ਜਿਹੜੀ, ਤੁਹਾਡਾ ਟੈਸਟੋਸਟਰੋਨ ਲੈਵਲ ਆ ਘੋੜੇ ਦਾ ਕਦੇ ਨਹੀਂ ਡਿਊਗਾ। ਠੀਕ ਹੈ ਜੀ। ਇਹ ਬੂਸਟਰ ਉਹੀ ਆ ਸੇਮ, ਉਹ ਭੇਡਾਂ ਬੱਕਰੀਆਂ ਦਾ ਸੇਮ, ਮੱਝਾਂ ਗਾਵਾਂ ਦਾ। ਡਾਕਟਰ ਸਾਹਿਬ ਬਾਕੀ ਨਾ ਸਵਾਲ ਬਹੁਤ ਰਹਿ ਗਏ ਮੇਰੇ ਹਿਸਾਬ ਨਾਲ ਜਾਣਕਾਰੀ, ਕਿਉਂਕਿ ਘੋੜਾ ਤਾਂ ਇੱਕ ਇਹੋ ਜਿਹੀ ਚੀਜ਼ ਆ ਵੀ ਜਿਹਦੇ ਤੇ ਪਤਾ ਨਹੀਂ ਕਿੰਨੀ ਕਿਤਾਬ ਲਿਖੀ ਜਾਵੇ, ਉਹ ਵੀ ਛੋਟੀ ਆ। ਪਰ ਇੱਕ ਸੀ ਕਿ ਇੰਨਾ ਕੁ ਦੱਸਣਾ ਜ਼ਰੂਰੀ ਸੀ ਕਿ ਕੋਈ ਬੰਦਾ ਘੋੜਿਆਂ ਬਾਰੇ ਜਾਣਕਾਰੀ ਰੱਖਦਾ, ਇੰਨਾ ਕੁ ਗੱਲ ਕਰਨੀ ਤਾਂ ਜ਼ਰੂਰੀ ਸੀ। ਜੇ ਕਿਸੇ ਵੀ ਬੰਦੇ ਨੂੰ ਹੋਰ ਜਾਣਕਾਰੀ ਚਾਹੀਦੀ ਹੋਈ ਜਾਂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਈ, ਡਾਕਟਰ ਸਾਹਿਬ ਨੂੰ ਫੋਨ ਕਰ ਸਕਦਾ, ਤੁਹਾਨੂੰ ਨੰਬਰ ਦੇ ਦਿੰਦੇ ਆ। ਅੱਜ ਵਾਲੀ ਜਾਣਕਾਰੀ ਕਿਹੋ ਜਿਹੀ ਲੱਗੀ ਇਹ ਦੱਸਿਓ ਜਰੂਰ। ਜਿਉਂਦੇ ਵਾਸਤੇ ਰਹੋ। ਬਹੁਤ ਬਹੁਤ ਧੰਨਵਾਦ। ਠੀਕ ਹੈ। ਇਹ ਜਿਹੜੇ ਪ੍ਰੋਡਕਟ ਆ ਨਾ, ਇਹ ਹਜੇ ਤੱਕ ਕਿਸੇ ਵੀ ਮੈਡੀਕਲ ਸਟੋਰ 'ਤੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਬਾਹਰ ਨਹੀਂ ਹਜੇ ਵਿਕਦੇ। ਇਹ ਸਿੱਧੇ ਡਾਕਟਰ ਸਾਹਿਬ ਤੋਂ ਹੀ ਤੁਹਾਨੂੰ ਲੈਣੇ ਪੈਣਗੇ। ਜੇ ਤੁਸੀਂ ਖਰੀਦਣੇ ਆ ਤੁਸੀਂ ਡਾਕਟਰ ਸਾਹਿਬ ਨੂੰ ਫੋਨ ਵੀ ਕਰ ਸਕਦੇ ਆ, ਅਤੇ ਨਾਲ ਦੀ ਨਾਲ ਤੁਸੀਂ ਜਾਣਕਾਰੀ ਵੀ ਲੈ ਸਕਦੇ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਤੁਹਾਨੂੰ ਚਾਹੀਦੀ ਹੋਈ। ਇਹ ਇਸੇ ਕਰਕੇ ਹੀ ਜਿਹੜੇ ਆਪਾਂ ਸਿੱਧੇ ਖਰੀਦ ਰਹੇ ਹਾਂ, ਇਹੀ ਕਾਰਨ ਆ ਕਿ ਇਹ ਹਜੇ ਭਾਅ 'ਚ ਆ। ਜਦੋਂ ਫਿਰ ਇਹ ਗਾਂ ਡੀਲਰਾਂ 'ਚ ਆ ਜਾਣਗੇ ਤਾਂ ਫਿਰ ਇਹ ਮਹਿੰਗੇ ਵੀ ਹੋ ਜਾਣਗੇ, ਕੁਦਰਤੀ ਗੱਲ ਆ। ਜੇ ਤੁਹਾਨੂੰ ਕੋਈ ਪਸੰਦ ਆਵੇ ਜਾਂ ਵਾਕਈ ਲੱਗੇ
ਕਿ ਹਾਂ ਆਹ ਸਾਡੀ ਸਮੱਸਿਆ ਦਾ ਹੱਲ ਕਰ ਸਕਦਾ, ਤਾਂ ਤੁਸੀਂ ਲੈ ਸਕਦੇ ਆ। ਸਭ ਤੋਂ ਵੱਡੀ ਗੱਲ ਕਿ ਤੁਸੀਂ ਫ਼ੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਆ। ਜਿਉਂਦੇ ਵਸਦੇ